सतनाम। श्री वाहिगुरु साहिब जी। एह भूपत मत मंद कुचारी, मारन आने संत अगारी। कियो करोत जाते मैं मारा, मरत संत को तुरत उबारा। एह भूपत मत मंद कुचारी, मारन आने ओ संत अगारी। ਆਪਾਂ ਸਰਵਣ ਕਰ ਰਹੇ ਸੀ ਕੱਲ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਇੱਕ ਮਹਾਨ ਜਿਹੜਾ ਕੌਤਕ ਤੇ ਇੱਕ ਹੁੰਦੀ ਆ ਕਰਾਮਾਤ, ਬੇਨਤੀ ਕਰਦੇ ਸੀ ਵੀ ਇੱਕ ਹੁੰਦੀ ਆ ਕਰਾਮਾਤ, ਇੱਕ ਹੁੰਦਾ ਕੌਤਕ। ਕਰਾਮਾਤ ਉਹਨੂੰ ਮੰਨਿਆ ਜਾਂਦਾ ਜਿਨ੍ਹਾਂ ਦੀ ਹੱਥਾਂ ਦੀ ਸਫਾਈ ਹੋਇਆ ਕਰਦੀ ਆ, ਥੋੜੇ ਜਿਹੇ ਕੰਮ ਚਿਰ ਖਾਤਰ ਉਹਨੇ ਕੰਮ ਕਰ ਦਿੱਤਾ, ਉਹਨੂੰ ਕਹਿੰਦੇ ਆ ਬੰਦੇ ਦੀ ਵਿੱਚ ਬੜੀ ਕਰਾਮਾਤ ਹੈ। ਪਰ ਇੱਕ ਹੁੰਦਾ ਕੌਤਕ ਜਿਹਨੂੰ ਕਹਿੰਦੇ ਆ ਪ੍ਰਤੱਖ ਰੂਪ ਦੇ ਅੰਦਰ ਸਾਹਮਣੇ ਕਰਕੇ ਦਿਖਾ ਦੇਣਾ, ਉਹਨੂੰ ਕਹਿੰਦੇ ਆ ਕੌਤਕ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਇੱਕ ਵੱਡਾ ਕੌਤਕ ਰਚਿਆ। ਜਿਸ ਵੇਲੇ ਉਹ ਰਾਜਾ ਭਾਈ ਬਾਲਾ ਜੀ ਨੂੰ ਫੜ ਕੇ ਲਗਿਆ ਤਾਂ ਉਹਦੀ ਭੇਟਾ ਦੇਣ ਲੱਗਿਆ ਸੀ ਤੇ ਦੁਰਗਾ ਦੇ ਦਰ ਦੇ ਉੱਪਰ ਖੁਸ਼ ਕਰਨ ਵਾਸਤੇ ਇੱਕੋ ਗੱਲ ਕਹੀ ਸੀ, ਕਹਿੰਦਾ ਐ ਦਾਤੀਏ ਤੂੰ ਬੜੀਆਂ ਮੇਰੀਆਂ ਰੀਝਾਂ ਨੇ ਪੂਰਾ ਕਰਦੀਆਂ ਤੇ ਅੱਜ ਮੈਂ ਇੱਕ ਬੜੀ ਵਧੀਆ ਆਪ ਜੀ ਦੇ ਲਈ ਭੇਟਾ ਲੈ ਕੇ ਆਇਆ ਤੇ ਅੱਜ ਇਹ ਭੇਟਾ ਮੇਰੀ ਪ੍ਰਵਾਨ ਕਰ ਲਾ ਤੇ ਇਸ ਕਰਕੇ ਤੂੰ ਮੇਰੀਆਂ ਜਿਹੜੀਆਂ ਮਨ ਦੀਆਂ ਰੀਝਾਂ ਨੇ ਉਹ ਸਦਾ ਵਾਸਤੇ ਪੂਰੀਆਂ ਕਰ ਦੇ। ਭਾਵ ਇਹ ਬਰਾਂ ਦੀ ਦਾਤੀ। ਤਾਂ ਉਸ ਵੇਲੇ ਉਲਟਾ ਹੀ ਕਹਿਣ ਲੱਗੇ ਫਿਰ ਉਸ ਭਾਈ ਬਾਲੇ ਦੀ ਬਲੀ ਦੇਣ ਦੇ ਬਜਾਏ ਤਾਂ ਉਸ ਰਾਜੇ ਦਾ ਜਿਹੜਾ ਸੀਸਤੀ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ। ਸਰਵਣ ਕਰ ਰਹੇ ਸੀ ਵੀ ਇਹ ਭੂਪਤ ਮਤ ਮੰਦ ਕੁਚਾਰੀ। ਤਾਂ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਐ, ਕਹਿਣ ਲੱਗੇ ਐ ਦੇਵੀ, ਦੇਵੀ ਗੁਣਾਂ ਦੇ ਮਾਲਕ ਐ ਪੁੱਤਰੀ, ਇਹ ਤੇਰਾ ਪੁਜਾਰੀ ਹੈ, ਤੇਰੀ ਪੂਜਾ ਕਰਦਾ ਤੇ ਪਰ ਅੱਜ ਆਹ ਕੰਮ ਤੇ ਆਹ ਜਿਹੜਾ ਕੌਤਕ ਇਹ ਕੀ ਕਰ ਦਿੱਤਾ। ਤਾਂ ਉਸ ਵੇਲੇ ਇੱਕੋ ਗੱਲ ਕਹੀ ਸੀ, ਕਹਿਣ ਲੱਗੀ ਇਹ ਰਾਜਾ ਜਿਹੜਾ ਇਹ ਭੂਪਤ ਮਤ ਮੰਦ ਕੋਚਾਰੀ, ਇਹ ਰਾਜਾ ਨਾ ਜਿਹੜਾ ਕਹਿੰਦੇ ਇਹ ਖੋਟੀ ਬੁੱਧੀ ਵਾਲਾ, ਮਾੜੀ ਬੁੱਧੀ ਵਾਲਾ, ਪਾਪ ਇਹਦੇ ਮਨ ਦੇ ਅੰਦਰ ਪਾਪ ਚੱਲਦੇ ਪਿਆ, ਕੋਚਾਰੀ ਪਾਪ ਨੇ ਇਹਦੇ ਅੰਦਰ। ਇਸ ਕਰਕੇ ਮਾਰਨ ਆਨਿਓ ਸੰਤ ਅਗਾਰੀ। ਕਹਿੰਦਾ ਹਮੇਸ਼ਾ ਵਾਸਤੇ ਆਪ ਪਾਪੀ ਹੈ ਤੇ ਆਪ ਵਰ ਚਾਹੁੰਦਾ ਵੀ ਮੈਨੂੰ ਪਾਪੀ ਨੂੰ ਵਰ ਦੇਣਾ ਕਰਦੇ। ਕਹਿੰਦੇ ਫਿਰ ਬਲੀ ਕਿਹਦੀ ਦੇਣਾ ਕਰਦਾ? ਬਲੀ ਦਿੰਦਾ ਸੰਤਾਂ ਦੀ। ਮਾਰਨ ਆਨਿਓ ਸੰਤ ਅਗਾਰੀ। ਕਹਿੰਦੇ ਇਸ ਕਰਕੇ ਉਹ ਮਾਰਨ ਵਾਸਤੇ ਮੇਰੇ ਅੱਗੇ ਸੰਤ ਲੈ ਕੇ ਆਇਆ, ਇੱਕ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਲੈ ਕੇ ਆਇਆ ਨਾ। ਕਹਿੰਦੇ ਇਸ ਕਰਕੇ ਇਹ ਕੰਮ ਮੈਂ ਕਰ ਦਿੱਤਾ ਹੈ। यो करोद जाते मैं मारा, मरत संत को तुरत उबारा। ਤੇ ਉਸ ਵੇਲੇ ਕਹਿਣ ਲੱਗੀ ਐ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ, ਇਸ ਲਈ ਮੈਂ ਕ੍ਰੋਧ ਦੇ ਵਿੱਚ ਆਉਣਾ ਕਰ ਗਈ ਆ ਜਦੋਂ ਮੇਰੇ ਅੱਗੇ ਲਿਆ ਕੇ ਇਸ ਪਾਪੀ ਮਨੁੱਖ ਨੇ, ਇੱਕ ਸੱਚੇ ਮਨੁੱਖ ਨੂੰ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਉਹਨੂੰ ਲਿਆ ਕੇ ਮੇਰੇ ਅੱਗੇ ਖੜਾਉਣਾ ਕਰ ਦਿੱਤਾ। ਮੈਨੂੰ ਗੁੱਸਾ ਆਉਣਾ ਕਰ ਗਿਆ ਉਸ ਵੇਲੇ। ਇੱਕ ਪਾਪੀ ਮਨੁੱਖ ਜਿਵੇਂ ਆਮ ਇੱਕ ਝੂਠਾ ਮਨੁੱਖ ਕਿਸੇ ਸੱਚੇ ਨੂੰ ਲੈ ਕੇ ਆਵੇ, ਉਹਨੂੰ ਝੂਠਾ ਕਰਦਾ ਹੋਵੇ, ਕਹਿੰਦੇ ਫਿਰ ਸਾਹਮਣੇ ਵਾਲੇ ਨੂੰ ਗੁੱਸਾ ਆਈ ਜਾਂਦਾ, ਉਹ ਸੁਭਾਵਿਕ ਹੀ ਹੈ। ਕਹਿੰਦੀ ਉਸ ਵੇਲੇ ਫਿਰ ਮੈਨੂੰ ਕ੍ਰੋਧ ਆਉਣਾ ਕਰ ਗਿਆ। ਮੈਂ ਕ੍ਰੋਧ ਦੇ ਵਿੱਚ ਆ ਕੇ ਨਾ ਇਹਨੂੰ ਮਾਰਨਾ ਕੀਤਾ। ਮਰਤ ਸੰਤ ਕੋ ਤੁਰਤ ਉਬਾਰਾ। ਕਹਿੰਦੇ ਫਿਰ ਇਹ ਸੰਤ ਨੂੰ ਮਾਰਨਾ ਕਰਦਾ ਸੀ ਨਾ,
ਕਹਿੰਦੀ ਫਿਰ ਸੰਤ ਨੂੰ ਬਚਾਉਣਾ ਕਰ ਦਿੱਤਾ, ਰੱਬ ਦੀ ਬੰਦਗੀ ਕਰਨ ਵਾਲੇ ਨੂੰ, ਤੇ ਇਹਨੂੰ ਮੌਤ ਦੇ ਘਾਟ ਉਤਾਰਨ ਕਰ ਦਿੱਤਾ ਹੈ। ਅਸ ਕਹਿ ਲੋਪ ਪਈ ਤਵ ਦੇਵੀ, ਜਗ ਮਾਤਾ ਈਸਵਰੀ ਅਪੇਵੀ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸਨਮੁਖ ਸਾਹਮਣੇ ਗੱਲਾਂ ਪਏ ਸਵਾਲ ਦਾ ਜਵਾਬ ਦਿੱਤਾ। ਪੁੱਛਿਆ ਪੁੱਤਰੀ ਇਹ ਕੰਮ ਕਰ ਦਿੱਤਾ? ਕਹਿੰਦੀ ਹਾਂ ਮੈਂ ਕਰ ਦਿੱਤਾ ਮਹਾਰਾਜ। ਇਸ ਕਰਕੇ ਕੀਤਾ? ਕਹਿੰਦੇ ਇਹ ਉਲਟ ਕੰਮ ਕਰ ਰਿਹਾ ਸੀ। ਕਹਿੰਦੇ ਇੰਨੀਆਂ ਗੱਲਾਂ ਕਰਦਿਆਂ ਨਾ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਧਿਆਨ ਦੂਜੇ ਪਾਸੇ ਕਰ ਦਿੱਤਾ, ਕੌਤਕ ਮਹਾਨ ਹੈ। ਕੁਝ ਕੁ ਲੋਕ ਉੱਥੇ ਆਉਣਾ ਕਰ ਗਏ ਉਸ ਵੇਲੇ, ਤਾਂ ਉਹਨਾਂ ਦੇ ਸਾਰਿਆਂ ਦੇ ਦੇਖਦੇ ਕਹਿੰਦੇ ਫਿਰ ਅਲੋਪ ਹੋਣਾ ਕਰ ਗਈ ਆ, ਭਾਵ ਉੱਥੇ ਕੁਝ ਵੀ ਨਹੀਂ ਰਿਹਾ। ਤੇ ਸਨਮੁਖ ਸਾਹਮਣੇ ਕਹਿਣ ਲੱਗੇ ਕੱਲੀ ਪੱਥਰ ਦੀ ਮੂਰਤੀ ਰਹਿਣਾ ਕਰ ਗਈ, ਉੱਥੇ ਕੁਝ ਨਹੀਂ ਰਿਹਾ। ਤਾਂ ਜਿਸ ਵੇਲੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ ਤਾਂ ਉਸ ਵੇਲੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਜਿਸ ਥੰਮ ਦੇ ਵਿੱਚੋਂ ਪਾੜ ਕੇ ਨਿਕਲਿਆ ਸੀ ਨਰਸਿੰਘ ਦਾ ਰੂਪ ਵਿਸ਼ਨੂੰ ਧਾਰ ਕੇ, ਤਾਂ ਜਦੋਂ ਅਲੋਪ ਹੋਇਆ ਤਾਂ ਉਸ ਵੇਲੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਤੇ ਥੰਮ ਉਸੇ ਤਰ੍ਹਾਂ ਰਹਿ ਗਿਆ ਤੇ ਆਪ ਅਲੋਪ ਹੋਣਾ ਕਰ ਗਿਆ ਸੀ। ਤੇ ਪਰ ਅੱਜ ਫਿਰ ਕਹਿੰਦੇ ਜਗਤ ਮਾਤਾ ਈਸ਼ਵਰੀ ਅਪੇਵੀ, ਤੇ ਜਗਤ ਦੀ ਮਾਤਾ ਅਖਵਾਉਣ ਵਾਲੀ ਈਸ਼ਵਰੀ ਭਾਵ ਦੇਵੀ ਗੁਣਾਂ ਦੀ ਮਾਲਕ ਕਹਿਣ ਲੱਗੇ ਸਦਾ ਵਾਸਤੇ ਅਲੋਪ ਹੋਣਾ ਕਰ ਗਈ ਹੈ। ਵੱਡਿਓ ਨਗਰ ਮਹਿ ਸੋ ਕੇ ਅਪਾਰੀ, ਠਾਰ ਠਾਰ ਰੋਵੈ ਨਰ ਨਾਰੀ। ਕਹਿੰਦੀ ਫਿਰ ਜਦੋਂ ਪਤਾ ਲੱਗਿਆ ਰੌਲਾ ਪੈਣਾ ਕਰ ਗਿਆ, ਕਹਿੰਦੀ ਵੀ ਇੰਨਾ ਰੌਲਾ ਪੈ ਗਿਆ ਸੀ, ਇੰਨਾ ਭਿਆਨਕ ਰੂਪ ਆਉਣਾ ਕਰ ਗਿਆ ਸੀ, ਕੀ ਹੋਣਾ ਕਰ ਗਿਆ? ਤੇ ਦੱਸਣ ਵਾਲਿਆਂ ਨੇ ਜਾ ਕੇ ਦੱਸਣਾ ਕਰ ਦਿੱਤਾ। ਕਹਿੰਦੇ ਉਸ ਹੁਣ ਤਾਂ ਰਾਜੇ ਦਾ ਸੀਸ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ। ਕਹਿੰਦੇ ਨਗਰ ਦੇ ਵਿੱਚ ਜਦੋਂ ਇਹ ਗੱਲ ਹੋਈ ਤਾਂ ਸਾਰੇ ਦਾ ਸਾਰਾ ਨਗਰ ਸੀ ਜਿਹੜਾ ਬੜਾ ਦੁਖੀ ਹੋਇਆ। ਥਾਂ ਥਾਂ ਦੇ ਉੱਪਰ ਠੌਰ ਠੌਰ ਰੋਵੈ ਨਰ ਨਾਰੀ, ਭਾਵ ਹਰ ਇੱਕ ਜਗ੍ਹਾ ਦੇ ਉੱਪਰ ਬੈਠਾ ਆਪਣੇ ਘਰਾਂ ਦੇ ਵਿੱਚ ਨਾ ਮਨੁੱਖ ਔਰ ਇਸਤਰੀ ਕਹਿੰਦੇ ਉਹ ਰੋਣਾ ਕਰਦੇ ਨੇ, ਤੇ ਪਰ ਕਿਸੇ ਨੇ ਵੀ ਕੋਈ ਭੇਦ ਨਹੀਂ ਜਾਣ ਸਕਿਆ ਵੀ ਆਹ ਭਾਣਾ ਕਿਹੜਾ ਵਾਪਰ ਗਿਆ, ਇਹ ਕੌਤਕ ਐਸਾ ਹੋਣਾ ਕਰ ਗਿਆ। ਤੇ ਇੱਕ ਰਾਜਾ ਦੇਣ ਗਿਆ ਹੋਵੇ ਬਲੀ, ਆਪਣੀ ਮੰਗ ਪੂਰਤੀ ਦੇ ਲਈ ਗਿਆ ਹੋਵੇ ਦੇਵੀ ਦੇ ਅੱਗੇ ਭੇਟਾ ਲੈ ਕੇ, ਪਰ ਅੱਗੋਂ ਆਹ ਕੰਮ ਹੋ ਗਿਆ ਹੋਵੇ, ਇਹ ਕੌਤਕ ਕੀ ਹੋਇਆ? ਕਹਿੰਦੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਅਸੋਗ ਪੈਣਾ ਕਰ ਗਿਆ ਰਾਜੇ ਨੂੰ, ਤੇ ਸਾਰੇ ਦੇ ਸਾਰੇ ਰੋਂਦੇ ਪਾਏ ਨ। ਇਹ ਵਿਚਾਰ ਜੇ ਹੋਤੇ ਸਿਆਣੇ, ਗਹਿਜ ਕਲਾਵਾਨ ਮਨ ਜਾਣੇ। ਕਹਿੰਦੇ ਜਿਹੜੇ ਸਿਆਣੇ ਲੋਕ ਸੀ ਉਹਨਾਂ ਦੇ ਵਿੱਚੋਂ, ਕਿਉਂਕਿ ਸਿਆਣੇ ਹੋਇਆ ਕਰਦੇ ਆ ਨਗਰਾਂ ਦੇ ਵਿੱਚ, ਬੜੇ ਵਿਦਵਾਨ ਨੇ, ਸਾਧੂ ਜਨ ਨੇ, ਭਗਤ ਜਨ ਨੇ, ਬੜੇ ਕਿਰਤੀ ਮਨੁੱਖ ਨੇ। ਜਿਹੜਾ ਇੱਕ ਨਗਰ ਹੋਇਆ ਕਰਦਾ ਉਹ ਸਮੁੰਦਰ ਦੀ ਨਿਆਈ ਹੈ। ਸਮੁੰਦਰ ਦੇ ਵਿੱਚ ਬੜੀਆਂ ਕੀਮਤੀ ਚੀਜ਼ਾਂ ਵੀ ਹੁੰਦੀਆਂ ਨੇ ਤੇ ਬੜੀਆਂ ਕਹਿਣ ਲੱਗੇ ਦੂਸਰੀਆਂ ਵੀ ਹੁੰਦੀਆਂ, ਸਾਰੀਆਂ ਹੁੰਦੀਆਂ ਸਮੁੰਦਰ ਦੇ ਅੰਦਰ। ਇਸੇ ਤਰ੍ਹਾਂ ਨਗਰ ਦੇ ਅੰਦਰ ਗੁਰਮੁਖ ਪਿਆਰੇ ਬੜੇ ਵਿਦਵਾਨ, ਬਹੁਤ ਸਾਧੂ ਜਨ, ਭਗਤ ਜਨ ਤੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਤੇ ਰੱਬ ਦੀ ਬੰਦਗੀ ਕਰਨ ਵਾਲੇ ਸਾਰੇ ਪ੍ਰਕਾਰ ਦੇ ਨੇ। ਤਾਂ ਉਸ ਵੇਲੇ ਉਸ ਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਸਿਆਣੇ ਮਨੁੱਖ ਸੇ ਕਹਿੰਦੇ ਉਹ ਵਿਚਾਰ ਪਏ ਕਰਦੇ ਨੇ। ਕਿਹੜੀ ਵਿਚਾਰ ਕਰਦੇ ਨੇ? ਕਹਿੰਦੇ ਗਹਿ ਜੋ ਕਲਾਵਾਨ ਮਨ ਜਾਣੇ। ਜਿਹੜਾ ਮਨੁੱਖ ਫੜਿਆ ਸੀ ਨਾ, ਸਿਆਣੇ ਬੰਦੇ ਕਹਿੰਦੇ ਆ, ਦੱਸਦੇ ਆ ਪਿੰਡ ਵਾਲੇ ਜਿਹੜੇ ਰੋਂਦੇ ਆ ਘਰਾਂ 'ਚ ਬੈਠੇ, ਜਿਹੜੇ ਕਹਿੰਦੇ ਆ ਕੀ ਹੋਣਾ ਕਰ ਗਿਆ, ਉਹ ਸਿਆਣੇ ਬੰਦੇ ਉਹਨਾਂ ਨੂੰ ਕਹਿੰਦੇ ਆ, ਕਹਿੰਦੇ ਰਾਜਾ ਕਸੂਰਵਾਰ ਹੈ। ਤੇ ਰਾਜੇ ਨੇ ਇੱਕ ਉਸ ਕਲਾਵਾਨ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਸੀ ਉਸ ਮਨੁੱਖ ਨੂੰ ਫੜ ਕੇ ਲੈ ਕੇ ਗਿਆ ਭੇਟਾ ਦੇਣ ਵਾਸਤੇ। ਕਹਿੰਦੇ ਫਿਰ ਉਹ ਕਿਵੇਂ ਬਚ ਸਕਦਾ? ਕਹਿੰਦੇ ਇਸ ਕਰਕੇ ਤਾਂ ਉਲਟਾ ਉਹਨੂੰ ਆਪਣਾ ਸੀਸ ਦੇਣਾ ਪੈ ਗਿਆ। ਉਹ ਸਿਆਣੇ ਬੰਦੇ ਫਿਰ ਜਾ ਕੇ ਦੱਸਦੇ ਪਾਏ ਨ। ਆਏ ਸਭ ਹੀ ਤਵ ਤਰ ਪਾਉ, ਸ੍ਰੀ ਗੁਰ ਕੋ ਲਖ ਲੀਨ ਪਰ ਪਾਉ। ਕਹਿੰਦੇ ਫਿਰ ਉਹ ਸੋਚ ਕੇ ਪ੍ਰੇਮ ਭਾਵ ਧਾਰਨ ਕਰਦੇ ਆ। ਕਹਿੰਦੇ ਵੀ ਇਹ ਜਿਹੜਾ ਕੰਮ ਹੋ ਗਿਆ ਉਹ ਤਾਂ ਜਿਹੜਾ ਹੋਣਾ ਸੀ ਹੋ ਗਿਆ ਨਾ, ਫਿਰ ਹੁਣ ਕਹਿੰਦੇ ਉਹ ਤਾਂ ਨੇੜੇ ਨਹੀਂ ਆ ਸਕਦਾ। ਕਹਿੰਦੇ ਸਾਰਿਆਂ ਨੇ ਮਨ ਦੇ ਅੰਦਰ ਤੇ ਪ੍ਰੇਮ ਤੇ ਭਾਵ ਡਰ ਦੋਨੇ ਚੀਜ਼ਾਂ ਕਰਕੇ ਸਾਰੇ ਉੱਥੇ ਆਉਣਾ ਕਰ ਗਿਆ। ਮਨ ਦੇ ਵਿੱਚ ਡਰ ਵੀ ਹੈਗਾ ਵੀ ਜਿਸ ਦੇ ਫੜ ਕੇ ਲਿਜਾਣ ਦੇ ਨਾਲ
ਡੰਡ ਦਬਾਉਣ ਦੀ ਬਜਾਏ ਤੇ ਰਾਜੇ ਨੂੰ ਸਿਰ ਦੇਣਾ ਪੈ ਗਿਆ ਨਾ, ਕਹਿੰਦੇ ਫਿਰ ਆਪਾਂ ਤੋਂ ਵੀ ਕੋਈ ਐਸੀ ਗਲਤੀ ਨਾ ਹੋਵੇ। ਮਨ ਦੇ ਅੰਦਰ ਇੱਕ ਡਰ ਹੈ ਤੇ ਇੱਕ ਮਨ ਦੇ ਅੰਦਰ ਪਿਆਰ ਹੈ, ਪ੍ਰੇਮ ਲੈ ਕੇ ਗਏ ਹੈ। ਤਾਂ ਉਸ ਵੇਲੇ ਜਦੋਂ ਗਏ ਆ ਸਾਰੇ ਦੇ ਸਾਰੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਭਾਵ ਨੂੰ ਉਹਨਾਂ ਨੇ ਕਹਿੰਦੇ ਉਸ ਵੇਲੇ ਸਾਰਿਆਂ ਨੇ ਤੱਕਣ ਕਰ ਲਿਆ ਹੈ। ਨਿਰਪਸੁਤ ਠਾਡੋ ਆਏ ਅਗਾਰੀ, ਕਰ ਕੇ ਬੰਧਨ ਬਿਨੈ ਉਚਾਰੀ। ਕਹਿੰਦੇ ਉਸ ਵੇਲੇ ਫਿਰ ਉਸ ਇਕੱਠ ਦੇ ਅੰਦਰ ਕਹਿੰਦੇ ਨਾਲ ਰਾਜੇ ਦਾ ਪੁੱਤਰ ਵੀ ਆਉਣਾ ਕਰ ਗਿਆ। ਪਤਾ ਲੱਗ ਗਿਆ, ਦੱਸਤਾ ਸਿਆਣੇ ਮਨੁੱਖਾਂ ਨੇ ਵੀ ਇਹ ਪੁੱਤਰ ਰਾਜਕੁਮਾਰ ਤੇਰੇ ਪੁੱਤਰ ਨੇ ਤੇਰੇ ਪਿਤਾ ਨੇ ਗਲਤੀ ਕਰ ਲਈ ਆ, ਤੇ ਪਰ ਇਹ ਪੁੱਤਰ ਹੁਣ ਤੂੰ ਨਾ ਗਲਤੀ ਕਰੀ। ਕਹਿੰਦੇ ਤੂੰ ਸੰਗਾ ਆਪਣੀ ਭੁੱਲ ਬਖਸ਼ਾਉਣਾ ਕਰ ਲੈ। ਜਿਹੜੇ ਉਹ ਮਹਾਤਮਾ ਨੇ ਨਾ ਉਹ ਪਹੁੰਚੀਆਂ ਹੋਈਆਂ ਹਸਤੀਆਂ ਕਲਾਵਾਨ ਨੇ, ਕੋਈ ਐਵੇਂ ਨਹੀਂ ਹੈਗੇ ਆਪਣੇ ਨਗਰ ਦੇ ਵਿੱਚ ਆਏ। ਤੇ ਇਸ ਕਰਕੇ ਕਹਿੰਦੇ ਉਸ ਵੇਲੇ ਫਿਰ ਰਾਜੇ ਦਾ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਸਾਹਮਣੇ ਖੜਾ ਹੋ ਕੇ ਨਾ ਕਹਿੰਦੇ ਨਮਸਕਾਰ ਕਰਦਾ, ਬੇਨਤੀ ਕਰਦਾ ਪਿਆ ਹੈ। ਹੋਸ਼ ਮਾ ਅਪਰਾਧ ਹਮਾਰਾ, ਹਮ ਨਹਿ ਜਾਣਿਓ ਭੇਦ ਤੁਮਾਰਾ। ਤੇ ਉਸ ਵੇਲੇ ਇੱਕੋ ਗੱਲ ਕਹੀ ਉਹਨੇ, ਹੱਥ ਜੋੜ ਕੇ ਕਹਿਣ ਲੱਗੇ, ਐ ਸਤਿਗੁਰੂ ਪਾਤਸ਼ਾਹ ਨਿਰੰਕਾਰ ਦੀ ਜੋਤ, ਐ ਸੰਤ ਜਨ ਮਹਾਤਮਾ ਜੀ, ਸਾਡਾ ਅਪਰਾਧ ਮਾਫ ਕਰ ਦਿਓ, ਅਪਰਾਧ ਮਕਸਦ ਸਾਡਾ ਪਾਪ ਮਾਫ ਕਰ ਦਿਓ। ਕਿਹੜਾ ਪਾਪ? ਇਸ ਕਰਕੇ ਅਸੀਂ ਤੁਹਾਡੇ ਨਾਲ ਦੇ ਨੂੰ ਮੇਰਾ ਪਿਤਾ ਫੜ ਕੇ ਲੈ ਕੇ ਗਿਆ ਸੀ ਨਾ, ਤੇ ਇਸ ਕਰਕੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ, ਅਪਰਾਧ ਕੀਤਾ ਹੈ। ਅੱਜ ਅਸੀਂ ਉਸ ਅਪਰਾਧ ਨੂੰ ਬਖਸ਼ਾਉਣ ਵਾਸਤੇ ਆਏ ਹਾਂ, ਇਸ ਕਰਕੇ ਮਾਫ ਕਰ ਦਿਓ, ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੇ। ਸਾਨੂੰ ਨਹੀਂ ਸੀ ਪਤਾ ਤੁਸੀਂ ਕਰਤਾਰ ਦਾ ਰੂਪ ਹੋ, ਤਾਂ ਪਰ ਮੇਰੇ ਪਿਤਾ ਨੇ ਆਮ ਮਨੁੱਖ ਵੇਖ ਕੇ ਨਾ ਵੀ ਇਹ ਸਾਡੇ ਮਨੁੱਖ ਨਹੀਂ ਹੈਗੇ, ਬਾਹਰੋਂ ਨੇ, ਇਹਨਾਂ ਦੀ ਬਲੀ ਦੇਣਾ ਕਰ ਦਿੰਦੇ ਆ। ਕਹਿੰਦੇ ਆਹ ਬਹੁਤ ਵੱਡਾ ਪਾਪ ਹੋ ਗਿਆ, ਅਪਰਾਧ ਹੋਇਆ ਮੇਰੇ ਪਿਤਾ ਤੋਂ, ਉਹਨੂੰ ਦੰਡ ਵੀ ਮਿਲਣਾ ਕਰ ਗਿਆ ਤੇ ਸਾਨੂੰ ਬਖਸ਼ਣਾ ਕਰ ਦੇਵ। ਇਕ ਆਪਣੇ ਹਮ ਹੈ ਕਰੀ ਜੈ, ਅਬੈਦਾਨ ਸਭ ਹਿਨ ਕੋ ਦੀਜੈ। ਤੇ ਇਸ ਕਰਕੇ ਹੁਣ ਸਾਨੂੰ ਬਖਸ਼ਣ ਤੋਂ ਬਾਅਦ ਇੱਕ ਕੰਮ ਹੋਰ ਕਰ ਦੋ, ਸਾਨੂੰ ਆਪਣੇ ਸਿੱਖ ਬਣਾਉਣਾ ਕਰ ਲਓ। ਕਹਿੰਦੇ ਫਿਰ ਬਣਾ ਲਓ, ਸਾਰਿਆਂ ਨੂੰ ਆਪਣਾ ਉਪਦੇਸ਼ ਦੇਣਾ ਕਰ ਦੇਵ। ਸੁਨਤ ਬਿਨੈ ਹੋਵ ਗਏ ਕਿਰਪਾਲਾ, ਆਪਨ ਦਇਆ ਉਪਦੇਸ਼ ਵਿਸਾਲਾ। ਉਸ ਵੇਲੇ ਜਦੋਂ ਇੰਨਾ ਕੁ ਮਨ ਦੇ ਅੰਦਰ ਉਹਨਾਂ ਦੇ ਦੁੱਖ ਹੋਇਆ, ਮੰਨਿਆ ਵੀ ਸਾਥੋਂ ਬਹੁਤ ਵੱਡਾ ਅਪਰਾਧ ਹੋ ਗਿਆ ਸੀ, ਸਾਧੂਆਂ ਦੇ ਉੱਪਰ ਵਾਰ ਕਰ ਰਹੇ ਸੀ, ਤੇ ਇਸ ਕਰਕੇ ਮੇਰੇ ਪਿਤਾ ਨੂੰ ਦੰਡ ਮਿਲਣਾ ਕਰ ਗਿਆ। ਮੈਂ ਵੀ ਹਜੇ ਚੰਗਾ ਰਮਾ ਬਖਸ਼ਾਉਣਾ ਕਰ ਲਵਾਂ। ਸਾਰੇ ਸਿਆਣੇ ਮਨੁੱਖਾਂ ਦੀ ਗੱਲ ਮੰਨ ਲਈ ਉਹਨੇ, ਵਿਦਵਾਨਾਂ ਦੀ। ਪਰ ਜਦੋਂ ਗੱਲ ਮੰਨ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹ ਗੱਲ ਰੱਖੀ, ਆਪਣੀ ਫਰਿਆਦ ਰੱਖੀ, ਤਾਂ ਉਸ ਵੇਲੇ ਉਹਦਾ ਅੰਦਰ ਵੇਖਿਆ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਰਾਜੇ ਦੇ ਪੁੱਤਰ ਦੇ ਅੰਦਰ ਨੂੰ ਵੇਖਿਆ ਵੀ ਕਿਤੇ ਬਾਹਰ ਦੀਆਂ ਗੱਲਾਂ ਨੇ ਕਿ ਅੰਦਰ ਦੀਆਂ ਨੇ। ਕਹਿੰਦੇ ਫਿਰ ਉਹਨੇ ਅੰਦਰੋਂ ਭਿੱਜ ਕੇ ਬੇਨਤੀ ਕੀਤੀ ਸੀ ਰਾਜੇ ਦੇ ਪੁੱਤਰ ਨੇ, ਕਹਿੰਦਾ ਮਹਾਰਾਜ ਅਸੀਂ ਬੜੇ ਪਾਪੀ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੇ ਅੰਦਰ ਨੂੰ ਤੱਕਿਆ ਤਾਂ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ। ਕਹਿੰਦੇ ਬਾਕੀ ਠੀਕ ਹੈ, ਤੇ ਜਿਹੜੀ ਬੇਨਤੀ ਕਰਦਾ ਪਿਆ ਨਾ, ਇਹ ਹਿਰਦੇ ਦੇ ਵਿੱਚੋਂ ਬੇਨਤੀ ਪਿਆ ਕਰਦਾ, ਬਾਹਰੋਂ ਨਹੀਂ ਕਰਦਾ। ਕਹਿੰਦੇ ਫਿਰ ਆਪਣਾ ਵਿਸਾਲ ਉਪਦੇਸ਼, ਕਿਉਂਕਿ ਉਹਨੇ ਮੰਗਿਆ ਮਹਾਰਾਜ ਸਿੱਖ ਬਣਾ ਕੇ ਸਾਨੂੰ ਆਪਣਾ ਉਪਦੇਸ਼ ਦੇਣਾ ਕਰ ਦਿਓ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਪੁੱਤਰ, ਜੇ ਤੂੰ ਸਿੱਖ ਬਣਨਾ, ਉਪਦੇਸ਼ ਦੀ ਗੱਲ ਕਹਿਣਾ, ਕਹਿੰਦੇ ਆ ਜਾ ਫਿਰ ਆ ਤੈਨੂੰ ਉਪਦੇਸ਼ ਦੇ ਦਿੰਦੇ ਹਾਂ। ਸਤਿਨਾਮ ਕੋ ਸਿਮਰਨ ਕਰਨ, ਸੰਤ ਸੇਵ ਮਹਿਤ ਔਰ ਤਰਨ। ਕਹਿੰਦੇ ਬਸ ਅੱਗੇ ਵਾਸਤੇ ਖਿਆਲ ਰੱਖਣਾ, ਜਿਹੜਾ ਵੀ ਮਹਾਤਮਾ ਆਉਣਾ ਕਰੇਗਾ, ਸਾਧੂ ਜਨ ਆਉਣਾ ਕਰੇਗਾ, ਸੰਤ ਜਨ ਆਉਣਾ ਕਰੇਗਾ, ਕਹਿੰਦੇ ਉਹਦੀ ਸੇਵਾ ਕਰਨੀ ਆ ਤੁਸੀਂ। ਉਹਦੇ ਲਈ ਐਸੇ ਸ਼ਬਦ ਨਹੀਂ ਵਰਤਣੇ ਜਿਵੇਂ ਇੱਜ ਤੇਰੇ ਪਿਤਾ ਨੇ ਕੀਤਾ, ਆਹ ਕੰਮ ਅੱਗੇ ਵਾਸਤੇ ਨਹੀਂ ਕਰਨਾ। ਤੇ ਕਹਿਣ ਲੱਗੇ ਮਹਾਰਾਜ ਨਹੀਂ, ਇਦੋਂ ਬਾਅਦ ਅਸੀਂ ਨਹੀਂ ਕਰਦੇ, ਜੋ ਹੁਕਮ ਹੈ ਉਸ ਹੁਕਮ ਦੀ ਪਾਲਣਾ ਕਰਾਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਤਿਨਾਮ ਕੋ ਸਿਮਰਨ ਕਰਨੋ। ਕਹਿੰਦੇ ਫਿਰ ਆ ਲਓ ਤੇ ਆਪਣੇ ਘਰ ਦੇ ਅੰਦਰ
ਇਹ ਧਰਮਸ਼ਾਲਾ ਬਣਾ ਕੇ ਨਾ ਆਹ ਕੰਮ ਆਰੰਭ ਕਰ ਦਿਓ ਤੇ ਸਦਾ ਵਾਸਤੇ ਚੜ੍ਹਦੀ ਕਲਾ ਹੋਣਾ ਕਰ ਜਾਵੇਗੀ। ਵਾਹਿਗੁਰੂ 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 ਵਾਹਿਗੁਰੂ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੀ ਅੱਜ ਦਾਤ ਦੇਣਾ ਕਰ ਦਿੱਤੀ ਹੈ, ਅੱਜ ਭੁੱਲ ਬਖਸ਼ਾਉਣਾ ਕਰ ਲਈ ਹੈ। ਤਾਂ ਉਸ ਤੋਂ ਬਾਅਦ ਕਹਿੰਦੇ ਭੁੱਲ ਬਖਸ਼ਾਉਣ ਤੋਂ ਬਾਅਦ ਤੇ ਆਪਣੇ ਪਿਤਾ ਦਾ ਕਹਿੰਦੇ ਸੰਸਕਾਰ ਤੇ ਬਾਅਦ ਦੇ ਵਿੱਚ ਕਰਦੇ ਪਾਏ ਨ। ਪਤ ਦਾਹੁ ਬਾਹਰ ਕਰਵਾਇਓ, ਸਿੰਘਾਸਨ ਪਸੁੱਤ ਬਿਠਾਇਓ। ਕਹਿੰਦੇ ਫਿਰ ਰਾਜੇ ਦਾ ਸੰਸਕਾਰ ਕਰਵਾਇਆ ਤੇ ਸਿੰਘਾਸਨ ਉੱਤੇ ਰਾਜੇ ਦੇ ਪੁੱਤਰ ਨੂੰ ਬਿਠਾਉਣਾ ਕਰ ਦਿੱਤਾ। ਰਾਜ ਤਿਲਕ ਕਿਹਨੇ ਲਾਇਆ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਉਹਦੇ ਪੁੱਤਰ ਨੂੰ ਉਸ ਦੇ ਰਾਜ ਭਾਗ ਦਾ ਮਾਲਕ ਬਣਾਉਣਾ ਕਰ ਦਿੱਤਾ। ਇਹ ਸਾਰਾ ਕੰਮ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਤੇ ਮਰਦਾਨਾ ਨਾਲ ਨੇ ਮੇਰੇ ਪਾਤਸ਼ਾਹ ਜੀ ਆਪ ਕਰਦੇ ਪਾਏ ਨ। ਦੋਹਰਾ ਨਾਮ ਧਰਮ ਜਸ ਰਾਖਿਓ, ਰਾਜ ਤਿਲਕ ਕੋ ਦੇ। ਕਹਿੰਦੇ ਉਸ ਵੇਲੇ ਫਿਰ ਰਾਜ ਤਿਲਕ ਦੇ ਕੇ ਨਾਮ ਕੀ ਰੱਖਿਆ? ਨਾਮ ਰੱਖਿਆ ਧਰਮ ਅਤੇ ਜਸ। ਧਰਮ ਜਸ ਨਾਮ ਉਹਦਾ ਰੱਖਣਾ ਕਰ ਦਿੱਤਾ ਰਾਜੇ ਦੇ ਪੁੱਤਰ ਦਾ। ਕਹਿੰਦੇ ਅੱਜ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਾਰਜ ਪਏ ਕਰਦੇ ਨ। ਸੁੰਦਰ ਧਰਮਸ਼ਾਲਾ ਰਚੀ, ਕੀਰਤ ਤਹਾਂ ਕਰੇ। ਕਹਿੰਦੇ ਇਸ ਕਰਕੇ ਫਿਰ ਉਸ ਤੋਂ ਬਾਅਦ ਰਾਜੇ ਦੇ ਪੁੱਤਰ ਨੇ ਆਪਣੇ ਘਰ ਦੇ ਅੰਦਰ ਇਹ ਧਰਮਸ਼ਾਲਾ ਜਿਹੜੀ ਉਹ ਮੁਕੰਮਲ ਤਿਆਰ ਕਰ ਦਿੱਤੀ ਹੈ, ਜਿੱਥੇ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕਰ ਦਿੱਤਾ। ਕਹਿੰਦੇ ਉਸ ਨੂੰ ਮੰਨਣਾ ਕਰ ਲਿਆ ਤੇ ਫਿਰ ਹਰ ਰੋਜ਼ ਕਹਿੰਦੇ ਇਸੇ ਤਰ੍ਹਾਂ ਕੀਰਤੀ ਹੋਣਾ ਕਰਦੀ ਹੈ ਤੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਏ ਕਰਵਾਉਂਦੇ ਨੇ। ਵਈਆ ਮਨ ਨੀਵਸ ਦੀਵ ਰਖੋ ਆਪਣਾ, ਸਤਨਾਮ ਨਿਰੰਤਰ ਹੀ ਲਿਵਲਾਵੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਧਰਮ ਜਸ, ਐ ਪੁੱਤਰ ਤੂੰ ਹੁਣ ਪਤਾ ਕੀ ਕਰਨਾ ਹੈ? ਆਪਾਂ ਹਰ ਰੋਜ਼ ਪੜ੍ਹਨਾ ਕਰਦੇ ਆਂ ਅਰਦਾਸ ਦੇ ਅੰਦਰ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਆ? ਪਾਤਸ਼ਾਹ ਕਹਿੰਦੇ ਮਨ ਨੀਵ ਸਦੀਵ ਰੱਖੋ ਆਪਣਾ। ਕਹਿੰਦੇ ਸਦਾ ਵਾਸਤੇ ਐ ਪੁੱਤਰ ਤੂੰ ਹੁਣ ਨਿਮਰਤਾ ਦੇ ਵਿੱਚ ਰਹਿਣਾ, ਗਿਆਨ ਦੀ ਭਾਵਪਤੀ ਰੱਖਣੀ ਹੈ ਤੇ ਮਨ ਨੀਵਾ ਨਿਮਰਤਾ ਦੇ ਵਿੱਚ ਰਹਿਣਾ। ਸਤਨਾਮ ਨਿਰੰਤਰ ਹੀ ਲਿਵਲਾਵੋ।
ਕਹਿੰਦੇ ਆ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਨਾ, ਆ ਜਿਹੜੀ ਤੈ ਧਰਮਸ਼ਾਲਾ ਤੈਨੂੰ ਕਹਿਤਾ ਇੱਥੇ ਤਿਆਰ ਕਰਵਾ ਲਈ ਹੈ, ਇਸ ਧਰਮਸ਼ਾਲਾ ਦੇ ਵਿੱਚ ਹਰ ਰੋਜ਼ ਤੈਂ ਆਪ ਸੁਬਾਹ ਤੇ ਸ਼ਾਮ ਇਹ ਤੈਂ ਆਪ ਕੰਮ ਕਰਨਾ ਹੈ ਤੇ ਆਪ ਵੀ ਜਪਣਾ ਹੈ ਤੇ ਜਿਹੜੀ ਸੰਗਤ ਆਵੇਗੀ ਤੇ ਉਹਨੂੰ ਵੀ ਜਪਾਉਣਾ ਹੈ। ਜਦੋਂ ਵੀ ਤੈਂ ਰਾਜ ਭਾਗ ਦੇ ਵਿੱਚ ਇਸ ਦਰਬਾਰ ਦੇ ਅੰਦਰ ਤੇ ਜਦੋਂ ਵੀ ਤੈਂ ਇਸ ਸਭਾ ਦੇ ਵਿੱਚ ਬੈਠ ਕੇ ਨਾ ਸਭਾ ਲਵਾਉਣੀ ਆ, ਤਾਂ ਉਸ ਤੋਂ ਲੱਗਣ ਤੋਂ ਪਹਿਲਾਂ, ਸਾਰਾ ਕੰਮ ਕਰਨ ਤੋਂ ਪਹਿਲਾਂ ਤੈ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਣਾ, ਉਸ ਪਰਮੇਸ਼ਰ ਨੂੰ ਯਾਦ ਕਰਨਾ ਹੈ। ਕਹਿੰਦੇ ਆਹ ਕੰਮ ਦੇਖ ਲਾ, ਇਹ ਕੰਮ ਨੂੰ ਕਦੇ ਵਾਸਤੇ ਵਿਸਾਰਨਾ ਨਹੀਂ ਹੈ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ, ਪੈਜਤ ਲਾਵੋ ਕੀਰਤ ਗਾਵੋ। ਕਹਿੰਦੀ ਹਮੇਸ਼ਾ ਵਾਸਤੇ ਇਸ਼ਨਾਨ ਕਰਕੇ ਸੁਬਾਹ ਸ਼ਾਮ ਤੇ ਇਹ ਕੰਮ ਕਰਨਾ ਹੈ। ਉਸ ਤੋਂ ਬਾਅਦ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਨਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕ ਕੰਮ ਇਹ ਕਰਨਾ ਹੈ ਤੇ ਇਸ਼ਨਾਨ ਕਰਨਾ ਹੈ, ਤੇ ਫਿਰ ਇਸ਼ਨਾਨ ਕਰਕੇ ਜਿਹੜਾ ਵੀ ਕੋਈ ਆਵੇ ਉਹਨੂੰ ਤੈ ਦਾਨ ਵੀ ਦੇਣਾ। ਭਾਵ ਕਿਰਤ ਕਮਾਈ ਦੇ ਵਿੱਚੋਂ ਕੋਈ ਵੀ ਜਿਹੜਾ ਆਉਂਦਾ ਉਹਨੂੰ ਤੈ ਇਹ ਦਾਨ ਦੇਣਾ। ਤੇ ਅਤੇ ਫਿਰ ਕੀਰਤਨ ਗਾਉਣਾ, ਭਾਵ ਕੀਰਤੀ ਆਪਾਂ ਹੁਣ ਇਹਨੂੰ ਕੀਰਤਨ ਕਹਿ ਲੋ, ਕੀਰਤੀ ਕਹਿ ਲੋ, ਜੋ ਆਪਾਂ ਕਰ ਰਹੇ ਹਾਂ ਸਾਰੇ ਜਾਣੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ, ਇਹਨੂੰ ਕੀਰਤੀ ਸ਼ਬਦ ਕਿਹਾ ਜਾਂਦਾ ਹੈ। ਜੇ ਆਪਣੇ ਘਰ ਦੇ ਵਿੱਚ ਬੈਠ ਕੇ ਸਿਮਰਨ ਕਰਦੇ ਹਾਂ ਉਹਨੂੰ ਵੀ ਕੀਰਤੀ ਸ਼ਬਦ ਕਿਹਾ ਜਾਂਦਾ ਹੈ। ਰਾਜੇ ਦੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਹ ਕੰਮ ਨਹੀਂ ਭੁੱਲਣਾ, ਬਸ ਇਹ ਕੰਮ ਹਰ ਰੋਜ਼ ਤੈਂ ਕਰਨਾ ਹੈ। ਤੇ ਸਤ ਸੰਗਤ ਦੇ ਵਿੱਚ ਨਾ ਨਿਤਾ ਪ੍ਰਤੀ ਜਦੋਂ ਵੀ ਤੂੰ ਸਭਾ ਲਾਵੇਂ, ਸਭਾ ਲੱਗਣ ਤੋਂ ਪਹਿਲਾਂ ਆਹ ਕੰਮ ਯਾਦ ਰੱਖਣਾ, ਤੇ ਪਹਿਲਾਂ ਇਹ ਕੰਮ ਕਰਨਾ ਹੈ ਤੇ ਇਸ ਕੰਮ ਤੋਂ ਬਾਅਦ ਫਿਰ ਤੈਂ ਕੰਮ ਕਰਨਾ ਆਪਣਾ। ਕਹਿੰਦੇ ਫਿਰ ਉਸ ਵੇਲੇ ਰਾਜੇ ਦੇ ਪੁੱਤਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਸਿੱਖੀ ਨੂੰ ਆਪ ਧਾਰਨ ਕਰ ਲਿਆ ਹੈ। ਸਤ ਸੰਗਤ ਸੋਨਤ ਪਾਉ ਤਰੋ, ਤਿਨ ਸੰਗਮ ਮੈਨਤ ਕਾਲ ਬਿਤਾਵੋ। ਕਹਿੰਦੀ ਇਸ ਕਰਕੇ ਜਿਹੜੀ ਸੰਗਤ ਤੈਨੂੰ ਦੇਣਾ ਕਰ ਦਿੱਤੀ, ਸਿੱਖਿਆ ਦੇਣਾ ਕਰ ਦਿੱਤੀ, ਸਦਾ ਵਾਸਤੇ ਆਪਣਾ ਮਨ ਹੈ ਜਿਹੜਾ ਉਹਨੂੰ ਨੀਵਾ ਰੱਖ ਕੇ ਤੇ ਆਹ ਕੰਮ ਸਦਾ ਵਾਸਤੇ ਕਰਨਾ ਹੈ। ਹੋਏ ਸਿੱਖੀ ਗੁਰ ਕੀ ਸਭ ਪ੍ਰਾਪਤ, ਜੇ ਸਭ ਬੈਨ ਸਦੀਵ ਕਮਾਵੋ। ਕਹਿੰਦੇ ਸਦੀਵ, ਸਦੀਵ ਦਾ ਮਕਸਦ ਹੁੰਦਾ, ਆਪਾਂ ਕਹਿੰਦੇ ਆ ਵੀ ਸਦੀਵੀ ਇਹ ਕੰਮ ਕਰਨਾ ਹੈ। ਜਿਵੇਂ ਗੁਰਮਤ ਦੇ ਅੰਦਰ ਆਪਾਂ ਕਹਿੰਦੇ ਆ ਭਾਈ ਨਿਤਨੇਮ, ਭਾਵ ਨਿਤਨੇਮ ਦੇ ਅੰਦਰ ਕੀ ਆਉਣਾ ਕਰਦਾ ਵੀ ਅੰਮ੍ਰਿਤ ਵੇਲੇ 5 ਬਾਣੀਆਂ ਤੇ ਉਹਨੂੰ ਕਹਿੰਦੇ ਆ ਨਿਤਨੇਮ। ਸ਼ਾਮ ਦਾ ਕੀਰਤਨ ਸੋਲਾ ਹੋ ਗਿਆ, ਰਹਿਰਾਸ ਸਾਹਿਬ ਹੋ ਗਈ, ਸ਼ਬਦ ਚੌਂਕੀ ਹੋਣਾ ਕਰ ਗਈ, ਕੀਰਤਨ ਹੋਣਾ ਕਰਦੇ, ਸਾਰੇ ਜਿਹੜੀ ਬਾਣੀ ਪੜ੍ਹੀ ਜਾਂਦੀ ਆ ਸੁਬਾਹ ਸ਼ਾਮ ਉਹ ਜ਼ਰੂਰੀ, ਉਹਦਾ ਮਕਸਦ ਹੋ ਗਿਆ ਨਿਤਨੇਮ। ਭਾਈ ਤਾਂ ਨਿਤਨੇਮ ਨਹੀਂ ਛੱਡਣਾ ਆਪਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਬ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ, ਜੇ ਸਭ ਬੈਨ ਸਦੀਵ ਕਮਾਵੋ। ਸਦੀਵ ਦਾ ਮਕਸਦ ਸਦੀਵੀ, ਭਾਵ ਜਿੰਨਾ ਚਿਰ ਤੇਰੀ ਜਿੰਦ ਹੈ ਨਾ ਉਹਨਾਂ ਚਿਰ ਤਾਂ ਹਮੇਸ਼ਾ ਵਾਸਤੇ ਆਹ ਕੰਮ ਆਪਣੇ ਰਾਜ ਦਰਬਾਰ ਦੇ ਅੰਦਰ ਇਹ ਕਦੇ ਵਾਸਤੇ ਬੰਦ ਨਹੀਂ ਕਰਨਾ, ਕਹਿੰਦੇ ਚਾਲੂ ਰੱਖਣਾ ਹੈ। ਚੇਤਕ ਦਿਵਸ ਰਹਿ ਕਰ, ਤਹਾਂ ਪਲ ਉਪਦੇਸ਼ ਦਰੜਾਈ। ਕਹਿੰਦੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਰਾਜੇ ਦੇ ਕੋਲ, ਕੇਤਕ ਦਿਨ ਦਾ ਮਕਸਦ ਹੁੰਦਾ ਵੀ ਕਈ ਦਿਨ, ਬਹੁ ਵਚਨ ਕਈ ਦਿਨ ਉਸ ਰਾਜ ਭਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰਹੇ ਤੇ ਬੜੇ ਪ੍ਰੇਮ ਦੇ ਨਾਲ ਉਸ ਰਾਜੇ ਦੇ ਪੁੱਤਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਲਾ ਤੇ ਮਰਦਾਨਾ ਆਪਣੇ ਹੱਥੀ ਸੇਵਾ ਕਰਦੇ ਨੇ ਤੇ ਚੰਗੀ ਤਰ੍ਹਾਂ ਉਪਦੇਸ਼ ਕਹਿਣ ਲੱਗੇ ਆਪ ਲਿਆ ਮੇਰੇ ਪਾਤਸ਼ਾਹ ਜੀ ਨੇ, ਉਹਨਾਂ ਨੂੰ ਇਹ ਸਿੱਖਿਆ ਦ੍ਰਿੜ ਕਰਵਾ ਦਿੱਤੀ ਹੈ। ਤੇਰਾ ਹੋਏ ਗਮਨੇ ਪ੍ਰਭੂ, ਆਨ ਥਾਨ ਸਤ ਪਾਈ। ਕਹਿੰਦੇ ਫਿਰ ਜਦੋਂ ਕੁਝ ਦਿਨ ਹੋ ਗਏ, ਸਾਰੀ ਸਿੱਖਿਆ ਦ੍ਰਿੜ ਹੋ ਗਈ, ਪੂਰਾ ਪਰਪੱਕ ਹੋ ਗਿਆ ਰਾਜਾ ਦਾ ਪੁੱਤਰ, ਤਾਂ ਉਸ ਵੇਲੇ ਮੇਰੇ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੰਗਾ ਪੁੱਤਰ, ਤੇ ਹੁਣ ਸਾਨੂੰ ਵਿਦਾਇਗੀ ਦੇ ਦੇ, ਤੇਰਾ ਕੰਮ ਪੂਰਾ ਹੋ ਗਿਆ ਨਾ, ਹੁਣ ਤੈਨੂੰ ਸਿੱਖੀ ਪ੍ਰਾਪਤ ਹੋ ਗਈ ਹੈ, ਤੇਰੇ ਤੇ ਉਸ ਮੇਰੇ ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ, ਤੇ ਹੁਣ ਤੂੰ ਇਹ ਕੰਮ ਕਰਦਾ ਰਹੀ ਤੇ ਸਾਨੂੰ ਅੱਗੇ ਜਾਣ ਦੇ।
ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਸ ਅਸਥਾਨ ਤੋਂ ਅੱਗੇ ਚਾਲੇ ਪਾ ਦਿੰਦਾ ਨਾ ਕੇ ਰਮਕ ਖੰਡ ਗੋਸਾਈ ਪਰ ਸਮੀਪ ਬੈਸਤ ਪੇ ਜਾਈ। ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਤੋਂ ਜਿਹੜਾ ਅੱਗੇ ਆਉਣਾ ਕਰਦਾ ਉੱਥੇ ਕਿਹੜਾ ਕਹਿੰਦੇ ਰਮਕ ਖੰਡ ਪਹੁੰਚ ਗਏ ਗੁਰੂ ਨਾਨਕ ਸਾਹਿਬ ਮਹਾਰਾਜ। ਅਗਲੇ ਖੰਡ ਦੇ ਵਿੱਚ ਆਪਣੇ ਜਾ ਕੇ ਚਰਨ ਮੁਬਾਰਕ ਪਾ ਦਿੱਤਾ ਨ ਤਕ ਮਨੁੰਜ ਤਹਾਂ ਚਲ ਆਈ ਜਾਨ ਸੰਤ ਨਿਜ ਸੀਸ ਝੁਕਾਈ। ਤੇ ਉਸ ਨਗਰ ਤੋਂ ਉਸ ਫਿਰ ਖੰਡ ਦੇ ਵਿੱਚ ਜਾ ਕੇ ਬਾਹਰਲੇ ਪਾਸੇ ਆਪ ਕਈ ਵਾਰ ਬੇਨਤੀ ਕੀਤੀ ਹੈ ਵੀ ਅੱਗੇ ਜਿਹੜੇ ਨਗਰ ਸੀ ਉਹਨਾਂ ਦੇ ਬਾਹਰਲੇ ਪਾਸੇ ਪਾਣੀ ਦਾ ਪ੍ਰਬੰਧ, ਬਾਹਰਲੇ ਪਾਸੇ ਤਰਵੈਣੀ ਛਾਂ, ਤਾਂ ਆਉਂਦਾ ਜਾਂਦਾ ਰਾਹੀ ਸੀ ਜਿਹੜਾ ਉਸ ਤਰਵੈਣੀਆਂ ਦੇ ਥੱਲੇ ਆਰਾਮ ਕਰਦੇ ਸੀ, ਰਹਿਣਾ ਕਰਦੇ ਸੀ, ਧਰਮਸ਼ਾਲਾ ਬਣੀਆਂ ਹੁੰਦੀਆਂ ਉਸ ਤੋਂ। ਤਾਂ ਫਿਰ ਬਾਹਰਲੇ ਪਾਸੇ ਗਏ ਉਸ ਖੰਡ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਰਮਕ ਖੰਡ ਦੇ ਵਿੱਚ, ਤਾਂ ਉੱਥੋਂ ਦੇ ਜਿਹੜੇ ਮਨੁੱਖ ਸੀ ਕਹਿਣ ਲੱਗੇ ਚੱਲ ਕੇ ਆਏ ਨੇ। ਤੇ ਉਹਨਾਂ ਨੇ ਕੀ ਵੇਖਿਆ, ਕਹਿੰਦੇ ਵੀ ਆਪਣੇ ਨਗਰ ਦੇ ਬਾਹਰਲੇ ਪਾਸੇ ਉਸ ਪਰਮਾਤਮਾ ਦੀ ਕਿਰਪਾ ਸਦਕਾ 3 ਸਾਧੂ ਜਨ ਆਏ ਨੇ, 3 ਸੰਤ ਜਨ। ਕਹਿੰਦੇ ਫਿਰ ਉਸ ਵੇਲੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਦੇ ਚਰਨਾਂ ਦੇ ਵਿੱਚ ਬਾਰੋ ਬਾਰੀ ਨਮਸਤਕ ਟੇਕਦਾ ਪਏ ਨ ਕਟ ਬਿਲੋਕਤ ਨੈ ਜਗਤੀ ਸਾ ਦੇਤ ਪਏ ਸ੍ਰੇਸ਼ਟ ਉਪਦੇਸਾ। ਤਾਂ ਉਸ ਵੇਲੇ ਫਿਰ ਜਦੋਂ ਆ ਕੇ ਮੱਥਾ ਟੇਕ ਕੇ ਬਾਰੀ ਬਾਰੀ ਵਾਰੇ ਜਾ ਕੇ ਬੈਠਣਾ ਕਰ ਗਏ ਨੇ। ਤੇ ਜਦੋਂ ਬੈਠ ਗਏ ਨੇ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਨੇੜੇ ਬੁਲਾ ਲਿਆ। ਕਹਿੰਦੇ ਭਾਈ ਦੂਰ ਕਿਉਂ ਜਾਣਾ ਕਰਦੇ ਹੋ, ਕਿਉਂਕਿ ਆਪਣਾ ਸੁਭਾਅ ਹੋ ਗਿਆ ਆਪਾਂ ਦੂਰ ਜਾ ਕੇ ਬਹਿ ਜਾਂਦੇ ਆ। ਪਰ ਮੇਰੇ ਪਾਤਸ਼ਾਹ ਕਹਿੰਦੇ ਦੂਰ ਕਿਉਂ ਬੈਠੇ ਹੋ, ਨੇੜੇ ਹੋਣਾ ਕਰ ਜਾਓ, ਆ ਜਾਓ ਉਰੇ। ਤੇ ਨੇੜੇ ਬੁਲਾਉਣਾ ਕਰ ਲਿਆ ਤੇ ਨੇੜੇ ਬੁਲਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਉਪਦੇਸ਼ ਬਖਸ਼ਦੇ ਪਾਏ ਨ ਸਤਿਨਾਮ ਸਿਮਰੋ ਦਿਨ ਰਾਤੀ ਸੰਤ ਸੇਵ ਕਰ ਪ੍ਰੀਤ ਸੁਹਾਤੀ। ਕਹਿੰਦੇ ਭਾਈ ਐ ਦੂਰ ਦੂਰ ਜਾ ਕੇ ਮਸਲਾ ਹੱਲ ਨਹੀਂ ਹੋਣਾ, ਕੱਲਾ ਮੱਥਾ ਟੇਕੇ ਦੇ ਨਾਲ ਕਹਿੰਦੇ ਮਸਲਾ ਹੱਲ ਨਹੀਂ ਹੋਣਾ ਗੇੜੇ ਦੇਣ ਦੇ ਨਾਲ। ਤੇ ਉਰੇ ਆ ਜਾਓ, ਗੁਰੂ ਨਾਨਕ ਪਾਤਸ਼ਾਹ ਨੇ ਕੋਲ ਬੁਲਾ ਲਏ ਨੇ। ਕੋਲ ਬੁਲਾ ਕੇ ਫਿਰ ਜਿਹੜਾ ਕੰਮ ਹੁੰਦਾ ਸੀ ਕਹਿੰਦੇ ਮਰਦਾਨਿਆਂ ਛੇੜਦੇ ਰਵਾਬ, ਤੇ ਫਿਰ ਇਹਨਾਂ ਤੇ ਕਰਦੇ ਕਿਰਪਾ ਕਰਤਾਰ ਨੂੰ ਫਿਰ ਕਰਦੇ ਅਰਦਾਸ। ਕਹਿੰਦੇ ਉਸ ਵੇਲੇ ਰਵਾਬ ਵੱਜਦੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਉਪਦੇਸ਼ ਦੇਣਾ ਕਰਦੇ, ਕਹਿੰਦੇ ਆ ਜਾਓ ਭਾਈ। ਤਾਂ ਉਸ ਵੇਲੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਵਿੱਤਰ ਮਖਾਰ ਬਿੰਦ ਦੇ ਵਿੱਚੋਂ ਜਪਾਉਣਾ ਕਰਦੇ ਨੇ, ਦੇ ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਆਪਣੇ ਪਵਿੱਤਰ ਮਖਾਰ ਬਿੰਦ ਦੇ ਵਿੱਚੋਂ ਜਪਾਉਣਾ ਕਰਦੇ ਨੇ। ਕਵੀ ਜਨ ਕਵੀ ਸੰਤੋਖ ਸਿੰਘ ਜੀ ਲਿਖਣਾ ਕਰਦੇ ਆ, ਕਹਿੰਦੇ ਸਤਨਾਮ ਸਿਮਰਹੁ ਦਿਨ ਰਾਤੀ, ਭਾਵ ਜਿਹਨੂੰ ਆਪਾਂ ਕਹਿੰਦੇ ਆ ਅੱਠੇ ਪਹਿਰ, ਸੰਤ ਸੇਵ ਕਰ ਪ੍ਰੀਤ ਸੁਹਾਤੀ। ਕਹਿੰਦੇ ਭਾਈ ਸਦਾ ਵਾਸਤੇ ਉਸ ਮੇਰੇ ਮਾਲਕ ਪਰਮੇਸ਼ਰ ਦਾ ਅੱਠੇ ਪਹਿਰ ਉਹਦੀ ਯਾਦ ਦੇ ਅੰਦਰ ਜੁੜਨਾ, ਸਿਮਰਨ ਕਰਨਾ।
ਤੇ ਜਿਹੜਾ ਸਾਧੂ ਜਨ ਆਉਣਾ ਕਰੇ ਉਹਦੀ ਹਮੇਸ਼ਾ ਵਾਸਤੇ ਸੇਵਾ ਕਰਨੀ ਹੈ। ਕਹਿੰਦੇ ਇਹ ਜਿਹੜਾ ਜੀਵਨ ਮਿਲਿਆ ਨਾ, ਇਹ ਹਮੇਸ਼ਾ ਵਾਸਤੇ ਜੀਵਨ ਮਿਲਿਆ ਹੈਗਾ। ਪ੍ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਤੇ ਕਹਿੰਦੇ ਇਹ ਧਿਆਨ ਦੇਣਾ ਕਰ ਲੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਕੰਮ ਉਸ ਮੇਰੇ ਮਾਲਕ ਦੇ ਨਾਲ ਜੁੜਨਾ ਕਰ, ਤੂੰ ਉਸ ਮਾਲਕ ਪਰਮੇਸ਼ਰ ਨੂੰ ਛੱਡ ਕੇ ਆ ਸੰਸਾਰ ਦੇ ਬੰਦਿਆਂ ਦੇ ਮਗਰ ਲੱਗਿਆ ਫਿਰਦਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਮਨੁੱਖ, ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਕਹਿੰਦੇ ਜਿਹੜੀ ਤੂੰ ਮਨੁੱਖਾਂ ਦੇ ਉੱਪਰ ਟੇਕ ਰੱਖੀ ਹੈ ਨਾ, ਉਹ ਹਮੇਸ਼ਾ ਵਾਸਤੇ ਬੇਅਰਥ ਜਾਣਾ ਕਰਦੀ ਹੈ, ਉਹਦੇ ਵਿੱਚੋਂ ਕੁਝ ਲੱਭਣਾ ਨਹੀਂ ਕਰਦਾ। ਮਾਨਵ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਭਗਵਾਨ। ਕਹਿੰਦੇ ਦੇਵਨ ਵਾਲਾ ਸਦਾ ਵਾਸਤੇ ਇੱਕ ਉਹ ਭਗਵਾਨ ਹੈ, ਪਰਮੇਸ਼ਰ ਹੈ, ਤੇ ਤੁਸੀਂ ਮੰਗਦੇ ਫਿਰਦੇ ਹੋ ਬੰਦਿਆਂ ਤੋਂ। ਕਹਿੰਦੇ ਕਦੇ ਵਾਸਤੇ ਮੰਗਤੇ ਦੇ ਕੋਲੋਂ ਕੁਝ ਮਿਲਣਾ ਨਹੀਂ ਕਰਦਾ, ਤੇ ਜੇ ਮੰਗਣਾ ਤਾਂ ਉਸ ਪਰਮੇਸ਼ਰ ਦੇ ਕੋਲੋਂ ਮੰਗਣਾ ਕਰ ਲੈ। ਕਰ ਦ੍ਰਿਸ਼ਟ ਨ ਕਬ ਮਨ ਤਰਨੀ, ਸੇਰ ਦ੍ਰਿਸ਼ਟ ਗੁਰਮੁਖ ਹੋਵ ਕਰਨੀ। ਕਹਿੰਦੇ ਵੇਖ ਧਿਆਨ ਦੇਣਾ ਕਰੋ। ਅੱਜ ਉਸ ਵੇਲੇ ਉਸ ਸੰਗਤ ਨੂੰ, ਉਸ ਨਗਰ ਦੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਉਪਦੇਸ਼ ਦਿੱਤਾ, ਉਹਦੇ ਨਾਲ ਗਿਆਨ ਦੀ ਦਾਤ ਦੇਣਾ ਕਰਦੇ ਨੇ। ਕਿਹੜੀ ਗਿਆਨ ਦੀ ਦਾਤ ਦਿੰਦੇ ਆ? ਕਹਿੰਦੇ ਕੂਕਰ ਦ੍ਰਿਸ਼ਟ ਨਾ ਕਬ ਮਨ ਧਰਨੀ। ਕਹਿੰਦੇ ਹਮੇਸ਼ਾ ਵਾਸਤੇ ਕੂਕਰ ਵਾਲੀ ਬਿਰਤੀ, ਭਾਵ ਕੂਕਰ ਦਾ ਮਕਸਦ ਕੁੱਤਿਆਂ ਵਾਲੀ ਬਿਰਤੀ ਨਹੀਂ ਕਰਨੀ। ਕੁੱਤੇ ਦੀ ਦ੍ਰਿਸ਼ਟੀ ਕਦੇ ਵੀ ਮਨ ਦੇ ਵਿੱਚ ਧਾਰਨ ਨਾ ਕਰੀ। ਕਹਿਣ ਲੱਗੇ ਮਹਾਰਾਜ ਕਿਹੜੀ ਕਰਨੀ ਆ? ਕਹਿੰਦੇ ਸ਼ੇਰ ਦ੍ਰਿਸ਼ਟ ਗੁਰਮੁਖ ਹੋਵੈ ਕਰਨੀ। ਕਹਿੰਦੇ ਫਿਰ ਸ਼ੇਰ ਵਾਲੀ ਦ੍ਰਿਸ਼ਟੀ ਹੈ ਨਾ ਜਿਹੜੀ, ਉਹ ਮਨੁੱਖ ਨੂੰ ਗੁਰਮੁਖ ਬਣਾਉਣਾ ਕਰ ਦਿੰਦੀ ਹੈ। ਹਮੇਸ਼ਾ ਵਾਸਤੇ ਕੁੱਤੇ ਦੀ ਬਿਰਤੀ ਮਨਮੁਖ ਬਣਾਉਣਾ ਕਰਦੀ ਹੈ, ਤੇ ਗੁਰਮੁਖ ਤੇ ਸ਼ੇਰ ਦੀ ਬਿਰਤੀ ਬਣਾਉਣਾ ਕਰਦੀ ਹੈ। ਹਰਿਖ ਸੋਗ ਦੁਖ ਸੁਖ ਮਹਿ ਤਿਆਗੋ, ਕਰ ਭਗਤ ਨਿਸ਼ਪਾਸਲ ਜਾਗੋ। ਕਹਿੰਦੀ ਇਸ ਕਰਕੇ ਆ ਖੁਸ਼ੀ ਤੇ ਗਮੀ ਨੂੰ ਇੱਕ ਪਾਸੇ ਕਰ ਦਿਓ, ਤੇ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕੀ ਕਰਨਾ ਹੈ? ਕਹਿੰਦੇ ਪਿਛਲੀ ਰਾਤ ਜਾਗ ਕੇ ਨਿਤ ਭਗਤੀ ਕਰਨਾ, ਜਿਹਨੂੰ ਆਪਾਂ ਕਹਿੰਦੇ ਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤ ਵੇਲੇ ਦਾ ਉੱਠਣਾ ਹੈ, ਤੁਸੀਂ ਆਹ ਕੰਮ ਕਰਨਾ ਹੈ ਜੀਵਨ ਦੇ ਅੰਦਰ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਤਾਂ ਆਪਾਂ ਕਈ ਵਾਰ ਗੁਰਬਾਣੀ ਤੋਂ ਬਾਹਰ ਦੇ ਸ਼ਬਦ ਵੀ ਆਪਾਂ ਨੂੰ ਗਿਆਨ ਦੇਣਾ ਕਰਦੇ ਆ ਵੀ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿਤ ਇੱਕ ਵਢੇਂਦੀ ਅਰਜਾ, ਦੂਜਾ ਸਾਹਿਬ ਆਵੈ ਚਿਤ। ਕਹਿੰਦੇ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਉਸ ਸੰਗਤ ਨੂੰ ਉਪਦੇਸ਼ ਦਿੰਦੇ ਪਾਏ ਨੇ। ਕਰ ਬੂਝਣ ਲਗੇ ਸੋ ਮਾਨਵ, ਦ੍ਰਿਸ਼ਟ ਜੋ ਕਹੀ ਹਮੈ ਨਹਿ ਜਾਣਵ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਬਦ ਕਿਹਾ ਆਪਣੇ ਮੁਖਾਰਬਿੰਦ ਦੇ ਵਿੱਚੋਂ, ਕਿਉਂਕਿ ਮਹਿੰਗੇ ਸ਼ਬਦ ਨੇ, ਤੇ ਜਿਹੜੀ ਗੁਰਮੁਖਾਂ ਦੀ, ਸਾਧੂ ਜਨਾਂ ਦੀ, ਗੁਰੂਆਂ ਦੇ, ਭਗਤਾਂ ਦੇ ਜਿਹੜੇ ਬੋਲ ਨੇ ਉਹਨਾਂ ਨੂੰ ਸਮਝਣਾ ਬੜਾ ਔਖਾ, ਤਾਂ ਉਸ ਵੇਲੇ ਉਹਨਾਂ ਨੂੰ ਸਮਝ ਨਾ ਪਈ, ਤਾਂ ਪੁੱਛਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਮਹਾਰਾਜ ਜਿਹੜੀ ਤੁਸੀਂ ਸਾਨੂੰ ਇਹ ਕਹਾਣੀ ਦੱਸੀ ਹੈ, ਕਹਿੰਦੇ ਸਾਨੂੰ ਇਹਦੀ ਸਮਝ ਨਹੀਂ ਪਈ। ਦ੍ਰਿਸ਼ਟੀ ਜੋ ਕਹੀ ਹਮੈ ਨਹਿ ਜਾਣਵ। ਕਹਿੰਦੇ ਆਹ ਜਿਹੜੀ ਦ੍ਰਿਸ਼ਟੀ ਤੁਸੀਂ ਕਿਹਾ ਵੀ ਕੁੱਤੇ ਦੀ ਦ੍ਰਿਸ਼ਟੀ ਨਹੀਂ ਰੱਖਣੀ, ਸ਼ੇਰ ਦੀ ਦ੍ਰਿਸ਼ਟੀ ਰੱਖਣੀ ਹੈ, ਮਹਾਰਾਜ ਸਾਨੂੰ ਇਹਦੇ ਬਾਰੇ ਸਮਝ ਨਹੀਂ ਆ ਰਹੀ, ਤੇ ਥੋੜਾ ਜਿਹਾ ਸਾਨੂੰ ਖੋਲ ਕੇ ਦੱਸਣਾ ਕਰ ਦੇਵਾ। ਅਰਥ ਇਹ ਮਨ ਪਨੋ ਗੋਸਾਈ, ਤਮ ਹੋ ਸੰਤ ਸਵਨ ਸੁਖਦਾਈ। ਤੇ ਇਸ ਕਰਕੇ ਤੁਮ ਹੋ ਸੰਤ, ਭਾਵ ਸਾਰਿਆਂ ਨੂੰ ਸੁਖ ਦੇਣ ਵਾਲੇ, ਗਿਆਨ ਦੀ ਦਾਤ ਦੇਣ ਵਾਲੇ, ਸਾਨੂੰ ਇਹ ਚੰਗੀ ਤਰ੍ਹਾਂ ਖੋਲ ਕੇ ਸਮਝਾਉਣਾ ਕਰ ਦੇਵਾ। ਪਨ ਦਾਨ ਪਣੀ ਤਬ ਬਾਨੀ, ਦ੍ਰਿਸ਼ਟ ਕੋ ਕਰੀ ਲਿਹੋ ਪਛਾਨੀ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ, ਤੇ ਮੇਰੇ ਪਾਤਸ਼ਾਹ ਫਿਰ ਆਪਣੇ ਪਵਿੱਤਰ ਮੁਖਾਰਬਿੰਦ ਦੇ ਵਿੱਚੋਂ ਦੱਸਦੇ ਪਏ ਨੇ। ਕਹਿੰਦੇ ਕੁੱਤੇ ਦੀ ਦ੍ਰਿਸ਼ਟੀ ਇਸ ਤਰ੍ਹਾਂ ਪਛਾਣੀ ਜਾਂਦੀ ਹੈ। ਦੁਖ ਸੁਖ ਮੁਝ ਕੋ ਮਾਰ
मानव देही ईश्वर की गत लखे न केही। ਕਹਿੰਦੇ ਕੁੱਤੇ ਦੀ ਬਿਰਤੀ ਵਾਲਾ ਮਨੁੱਖ ਕੌਣ ਹੈ? ਕਹਿੰਦੇ ਮਨਮੁਖ ਹੈ। ਮਨਮੁਖ ਦਾ ਕੀ ਕੰਮ ਹੈ? ਕਹਿੰਦੇ ਫਿਰ ਜਿਹੜਾ ਦੁੱਖ ਸੁੱਖ ਮੁਝ ਕੋ ਮਾਨਵ ਦੇਹੀ। ਕਹਿੰਦੇ ਫਿਰ ਜਿਹੜਾ ਮਨੁੱਖ ਆਪਣਾ ਦੁੱਖ ਆਉਂਦਾ ਸਰੀਰ ਦੇ ਉੱਤੇ, ਉਸ ਦੁੱਖ ਨੂੰ ਇੱਕੋ ਗੱਲ ਕਹਿੰਦਾ ਹੈ, ਕਹਿੰਦਾ ਵੀ ਆ ਮੇਰੇ ਤੇ ਕਾਰਨ ਕਰਾਉਣ ਵਾਲਾ ਫਲਾਨਾ ਧਮਕਾ, ਉਹ ਹੋਰਾਂ ਨੂੰ ਦੋਸ਼ੀ ਠਹਿਰਾਉਣਾ ਕਰਦਾ। ਭਾਵ ਕਹਿੰਦਾ ਵੀ ਮੇਰੇ ਉੱਪਰ ਇਹ ਬੰਦੇ ਨੇ ਕੁਛ ਕਰਵਾ ਦਿੱਤਾ, ਇਸਨੇ ਕਰਾ ਦਿੱਤਾ, ਜਾਂ ਕਈ ਵਾਰ ਫਿਰ ਰੱਬ ਨੂੰ ਵੀ ਦੋਸ਼ੀ ਠਹਿਰਾਉਣਾ ਕਰ ਦਿੰਦਾ, ਖਿਮਾ ਕਰਨੀ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਦੱਸਦੇ ਆ, ਕਹਿੰਦੇ ਜਿਹਦੀ ਵਿਰਤੀ ਇਸ ਪ੍ਰਕਾਰ ਹੈ ਉਹ ਕੁੱਤੇ ਦੀ ਵਿਰਤੀ ਹੈ। ਪਰ ਗੱਲ ਇਹ ਹੈ, ਪਰ ਈਸ਼ਵਰ ਦੀ ਗਤੀ ਨੂੰ ਨਹੀਂ ਜਾਣਨਾ ਕਰਦੇ, ਉਹਨਾਂ ਨੂੰ ਸਮਝ ਨਹੀਂ ਹੈਗੀ। ਕਿਉਂ ਨਹੀਂ ਸਮਝ ਹੈਗੀ? ਕਿਉਂਕਿ ਬਾਣੀ ਅਸੀਂ ਆਪ ਪੜ੍ਹੀ ਨਹੀਂ ਹੈਗੀ, ਬਾਣੀ ਨੂੰ ਅਸੀਂ ਸਮਝਿਆ ਨਹੀਂ ਹੈਗਾ, ਪੜ੍ਹਿਆ ਨਾ ਹੈ ਭੇਦ ਬੂਝਿਆ ਪਾਵਣਾ। ਕਹਿਣ ਲੱਗੇ ਜਿੰਨਾ ਚਿਰ ਬਾਣੀ ਆਪਾਂ ਪੜ੍ਹ ਕੇ ਸਮਝਣਾ ਨਹੀਂ ਕਰਦੇ ਉਹਨਾਂ ਚਿਰ ਪਤਾ ਨਹੀਂ ਲੱਗਦਾ। ਦੋਸ਼ ਆਪਾਂ ਕਦੋਂ ਦੇਣਾ ਕਰਦੇ ਆ ਦੂਸਰੇ ਮਨੁੱਖਾਂ ਨੂੰ ਆਪਣੇ ਦੁੱਖਾਂ ਦਾ? ਉਦੋਂ ਦੋਸ਼ ਦੇਣਾ ਕਰਦੇ ਆ ਜਦੋਂ ਸਾਨੂੰ ਗਿਆਨ ਨਹੀਂ, ਜਦੋਂ ਸਾਨੂੰ ਪਤਾ ਲੱਗ ਗਿਆ ਬਾਣੀ ਆਪਾਂ ਨੇ ਪੜ੍ਹ ਲਈ, ਚੰਗੀ ਤਰ੍ਹਾਂ ਸੁਣਨਾ ਕਰ ਲਈ, ਆਹ ਅਰਥ ਵਿਚਾਰ ਸਮਝ ਲਏ, ਤੇ ਵੀ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿਣ ਲੱਗੇ ਤੇ ਕਿਸੇ ਦਾ ਕੀ ਦੋਸ਼ ਹੈ? ਇਹ ਤਾਂ ਤੇਰਾ ਹੀ ਹੈ, ਤੇਰੇ ਕਰਮਾਂ ਦਾ ਦੋਸ਼ ਹੈ। ਜੈਸਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਇਹ ਤਾਂ ਹਿਰਦੇ ਰੂਪੀ ਤੇਰਾ ਖੇਤ ਹੈ, ਤੂੰ ਜਿਹਾ ਜਿਹਾ ਇਹਦੇ ਵਿੱਚ ਬੀਜੀ ਜਾਂਦਾ ਹੋਇਆ ਜਾਂ ਵੱਢੀ ਜਾਂਦਾ, ਕਿਸੇ ਦਾ ਦੋਸ਼ ਕੀ ਆ ਇਹਦੇ ਵਿੱਚ? ਤੂੰ ਦੋਸ਼ ਦਿੰਦਾ ਪਿਆ ਕਿਸੇ ਨੂੰ, ਦੁੱਖ ਤੂੰ ਬੀਜਦਾ ਆਪ ਪਿਆ, ਪਰ ਦਿਨਾ ਦੋਸ਼ ਕਿਸੇ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਕਹਿੰਦੇ ਭਾਈ ਵੇਖ, ਜਿਹੜਾ ਮਨੁੱਖ ਆਪਣੇ ਦੁੱਖਾਂ ਨੂੰ ਬੀਜ ਕੇ ਭਾਵ ਆਪ ਦੁੱਖ ਭੋਗਣਾ ਕਰਦਾ, ਇੱਕ ਆਮ ਕਹਾਵਤ ਨਹੀਂ ਹੈਗੀ, ਕਈ ਵਾਰ ਮੈਂ ਰੋਜ਼ ਬੇਨਤੀਆਂ ਕਰਦਾ ਵੀ ਬਜ਼ੁਰਗਾਂ ਦੇ ਕੋਲੋਂ ਸੁਣੇ ਹੋਏ ਸ਼ਬਦ, ਤੇ ਬਜ਼ੁਰਗ ਇੱਕੋ ਗੱਲ ਕਹਿੰਦੇ ਆ, ਕਹਿੰਦੇ ਵੀ ਆਹ ਟੋਆ ਕਿਹਦੇ ਵਾਸਤੇ ਪੜਦਾ? ਦੂਜਾ ਕਹਿੰਦਾ ਆਪਦੇ ਵਾਸਤੇ ਪੜਦਾ। ਹੋਰ ਕਿਹਦੇ ਵਾਸਤੇ? ਕਹਿੰਦਾ ਕੰਡੇ ਕਿਹਦੇ ਵਾਸਤੇ ਬੀਜਦਾ? ਕਹਿੰਦਾ ਆਪਦੇ ਵਾਸਤੇ। ਭਾਵ ਜੇ ਸਾਡੀਆਂ ਕਹਾਵਤਾਂ ਨੇ ਵੀ ਟੋਆ ਆਪਦੇ ਵਾਸਤੇ ਪੁੱਟ ਰਿਹਾ, ਕੰਡੇ ਆਪਦੇ ਵਾਸਤੇ ਬੀਜ ਰਿਹਾ, ਤੇ ਫਿਰ ਅਸੀਂ ਦੁੱਖ ਵਾਲੀ ਗੱਲ ਕਿਸੇ ਨੂੰ ਕਿਉਂ ਕਹਿ ਸਕਦੇ ਹਾਂ? ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਸਾਹਮਣੇ ਰੱਖ ਦਿੱਤਾ ਵੀ ਜੈਸਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਇੱਕੋ ਗੱਲ ਕਹਿ ਦਿੱਤੀ, ਕਹਿੰਦੇ ਆ ਵੇਖ ਭਾਈ, ਤੁਸੀਂ ਪੁੱਛਣਾ ਕਰਦੇ ਹੋ ਨਾ, ਕਹਿੰਦੇ ਇਸ ਕਰਕੇ ਉਸ ਈਸ਼ਵਰ ਦੀ ਗਤੀ ਨੂੰ ਤੁਸੀਂ ਸਮਝ ਨਹੀਂ ਸਕੇ, ਤੇ ਆਪਣੇ ਦੁੱਖਾਂ ਦਾ ਦੋਸ਼ ਕਿਸੇ ਤੇ ਮੜਦੇ ਪਏ ਹੋ। ਹਾਰ ਨ ਜਾਣਹਿ ਸਵਾਨਾ, ਲਾਸ਼ਟਕ ਕੋ ਕਾਟੈ ਅਨਜਾਨਾ। ਕਹਿੰਦੇ ਇਸ ਕਰਕੇ ਮਾਰਨ ਹਾਰ ਨਾ ਜਾਣੈ ਸਵਾਨਾ। ਸਵਾਨ ਵੀ ਕੁੱਤਾ ਹੁੰਦਾ, ਕੁੱਕਰ ਵੀ ਕੁੱਤਾ ਹੁੰਦਾ। ਕਹਿੰਦੀ ਇਸ ਕਰਕੇ ਜਿਹੜਾ ਕੁੱਤੇ ਦੀ ਬਿਰਤੀ ਵਾਲਾ ਮਨ ਮੁੱਖ ਹੈ, ਉਹ ਹਮੇਸ਼ਾ ਵਾਸਤੇ ਮਾਰਨ ਵਾਲੇ ਨੂੰ ਨਹੀਂ ਸਮਝਦਾ। ਹੁਣ ਤੁਸੀਂ ਧਿਆਨ ਦੇ ਲਿਓ ਇਸ ਵੱਲ, ਕਹਿੰਦੇ ਉਹ ਮਾਰਨ ਵਾਲੇ ਨੂੰ ਨਹੀਂ ਸਮਝਣਾ ਕਰਦਾ। ਲਾਸ਼ਟਕ ਕੋ ਕਾਟੈ ਅਣਜਾਨਾ, ਭਾਵ ਜਦੋਂ ਆਪਾਂ ਕੁੱਤੇ ਦੇ ਰੋੜਾ ਮਾਰੀਏ ਜਾਂ ਕੁੱਤੇ ਦੇ ਡੰਡਾ ਮਾਰੀਏ, ਜਿਹੜਾ ਕੁੱਤਾ ਉਹ ਕੀ ਕੰਮ ਕਰਦਾ? ਉਹ ਜਾ ਕੇ ਰੋੜੇ ਦੇ ਮਗਰ ਭੱਜ ਜਾਂਦਾ, ਰੋੜੇ ਨੂੰ ਜਾ ਕੇ ਚੱਕ ਲੈਂਦਾ। ਜਾਂ ਆਪਣੇ ਹੱਥ ਦੇ ਵਿੱਚ ਸੋਟੀ ਆ, ਜਦੋਂ ਆਪਾਂ ਸੋਟੀ ਮਾਰਾਂਗੇ, ਕੁੱਤੇ ਨੇ ਉਹ ਸੋਟੀ ਨੂੰ ਮੂਹਰਲੇ ਪਾਸਿਓਂ ਫੜਨਾ, ਇਹ ਕੁੱਤੇ ਦਾ ਕੰਮ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਾਰਨ ਹਾਰ ਨਾ ਜਾਣੈ ਸਵਾਨਾ, ਭਾਵ ਕੁੱਤਾ ਮਾਰਨ ਵਾਲੇ ਨੂੰ ਸਮਝ ਨਹੀਂ ਸਕਿਆ। ਕੰਮ ਕੀ ਕਰਦਾ? ਕਹਿੰਦੇ ਲਸ਼ਟਕ ਕੋ ਕਾਟੇ ਅਣਜਾਨਾ, ਕਹਿੰਦੇ ਉਹ ਅਣਜਾਨ ਹੈ। ਲਸ਼ਟਕ ਦਾ ਮਕਸਦ ਹੈਗਾ ਸੋਟੀ, ਕਹਿੰਦੇ ਉਹ ਸੋਟੀ ਨੂੰ ਆਪਣੇ ਮੁਖ ਦੇ ਨਾਲ ਕੱਟਦਾ ਪਿਆ ਹੈ। ਇਸ ਪ੍ਰਕਾਰ ਜੋ ਨਰ ਹੋਈ, ਮਨ ਮੁਖ ਸਵਾਨ ਦ੍ਰਿਸ਼ਟ ਹੈ ਸੋਈ। ਕਹਿੰਦੇ ਵੇਖ ਲੋ ਫਿਰ ਜਿਹਦਾ ਸੁਭਾਅ ਇਸ ਪ੍ਰਕਾਰ ਹੈ, ਉਹਨੂੰ ਕਹਿੰਦੇ ਆ ਮਨਮੁਖ, ਉਹਨੂੰ ਕਹਿੰਦੇ ਆ ਕੁੱਤੇ ਦੀ ਬਿਰਤੀ ਵਾਲਾ ਮਨੁੱਖ ਹੈ। ਇਸ ਪ੍ਰਕਾਰ ਦੁਖ ਸੁਖ ਬਨ ਆਵੇ, ਪਰਮੇਸ਼ਰ ਤੇ ਸਰਬ ਲਖਾਵੇ। ਕਹਿੰਦੇ ਫਿਰ ਹੁਣ ਦੂਸਰੀ ਗੱਲ ਆ ਗਈ ਹੈ। ਪਹਿਲੀ ਗੱਲ ਆ ਗਈ ਕੁੱਤੇ ਦੀ ਬਿਰਤੀ, ਤੇ ਦੂਜੀ ਆ ਗਈ ਸ਼ੇਰ ਦੀ ਬਿਰਤੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਪ੍ਰਕਾਰ ਦੁੱਖ ਸੁਖ ਬਣ ਆਵੇ, ਕਹਿੰਦੇ ਜਿਸ ਮਨੁੱਖ ਦੇ ਉੱਪਰ ਦੁੱਖ ਤੇ ਸੁਖ ਆਉਣਾ ਕਰਦਾ, ਪਰਮੇਸ਼ਰ ਤੇ ਸਰਬ ਲਖਾਵੇ।
ਕਹਿੰਦੇ ਉਹ ਸਮਝ ਗਿਆ ਵੀ ਇਹ ਸਭ ਕੁਛ ਹੈ ਮੇਰੇ ਕਰਮਾਂ ਦਾ, ਇਹ ਪਰਮੇਸ਼ਰ ਮੈਨੂੰ ਸੁੱਖ ਤੇ ਦੁੱਖ ਦੇਣਾ ਕਰਦਾ। ਸੁੱਖ ਦੁੱਖ ਦਰ ਕੱਪੜੇ ਪਹਿਰੇ ਜਾਏ ਮਨੁੱਖ। ਤੇ ਗੱਲ ਤਾਂ ਉਹ ਵੀ ਬੀਜਣ ਦੀ ਹੈ, ਗੱਲ ਇੱਥੇ ਵੀ ਬੀਜਣ ਦੀ ਹੈ, ਪਰ ਇੱਕ ਨੇ ਬੀਜ ਕੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਕਰ ਦਿੱਤਾ, ਤੇ ਇੱਕ ਨੇ ਕਹਿਣ ਲੱਗੇ ਆਪਣਾ ਬੀਜਿਆ ਹੋਇਆ ਵੱਢ ਕੇ ਤੇ ਕਹਿ ਦਿੱਤਾ ਵੀ ਮੇਰਾ ਜਿਹੜਾ ਪਰਮੇਸ਼ਰ ਹੈ ਅਕਾਲ ਪੁਰਖ, ਉਹਨੇ ਸਦਾ ਵਾਸਤੇ ਜਿਹੜਾ ਮੈਂ ਬੀਜਿਆ ਸੀ ਉਹ ਮੈਨੂੰ ਮਿਲਣਾ ਕਰ ਗਿਆ। ਉਹ ਪਰਮੇਸ਼ਰ ਨੂੰ ਮੰਨਣਾ ਕਰਦਾ ਹੈ, ਪਰਮੇਸ਼ਰ ਤੇ ਸਰਬ ਲਖਾਵਾ ਹੈ। ਕਹਿੰਦੇ ਉਹ ਮਾਲਕ ਸਾਰਿਆਂ ਦੇ ਦਿਲਾਂ ਦੀਆਂ ਜਾਣਨਾ ਕਰਦਾ ਹੈ। ਜਿਹਾ ਜਿਹਾ ਕੋਈ ਬੀਜਦਾ ਉਹਾ ਜਿਹਾ ਉਹਨੂੰ ਦੁੱਖ ਤੇ ਸੁੱਖ ਮਿਲਣਾ ਕਰਦਾ ਹੈ। ਮਾਨੁਖ ਬਪਰਾ ਕੌਣ ਵਿਚਾਰਾ, ਕਰੇ ਕਾਜ ਸਭ ਸ੍ਰੀ ਕਰਤਾਰਾ। ਤੇ ਉਹ ਗੁਰਮੁਖ ਜਨ, ਰੱਬ ਦਾ ਪਿਆਰਾ ਸੰਤ ਜਨ, ਕਹਿੰਦੇ ਉਹ ਸਮਝ ਗਿਆ ਵੀ ਇਹਦੇ ਵਿੱਚ ਕੋਈ ਵੀ ਮਨੁੱਖ ਹੈ ਜਿਹੜਾ ਉਹ ਕੁਛ ਕਰਨ ਜੋਗਰਾ ਨਹੀਂ ਹੈਗਾ। ਇਹ ਸਾਰਾ ਕੁਛ ਆ ਮਨੁੱਖਾ ਸਰੀਰ, ਇਹ ਸਰਦਾਰੀ, ਇਹ ਦੁੱਖ ਤੇ ਸੁੱਖ, ਕਰੈ ਕਾਜ ਸਭ ਸ੍ਰੀ ਕਰਤਾਰਾ। ਕਹਿੰਦੇ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਆਪਣਾ ਜੀਵਨ ਚੱਲਦਾ ਪਿਆ ਇਹ ਉਸ ਮੇਰੇ ਕਰਤਾਰ ਦੇ ਹੱਥ ਦੇ ਵਿੱਚ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਹਿੰਦੇ ਇਹ ਤੇਰੀ ਨੱਥ ਉਸ ਮੇਰੇ ਮਾਲਕ ਪਰਮੇਸ਼ਰ ਦੇ ਅੰਦਰ ਹੈ। ਇਹ ਬੰਦਿਆ ਕੋਈ ਤੈਨੂੰ ਬੰਦਾ ਨਹੀਂ ਚਲਾਉਣਾ ਕਰਦਾ, ਮਤ ਸੋਚਣਾ ਕਰ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਗੁਰਮੁਖਾਂ ਦੀ ਵਿਰਤੀ ਸ਼ੇਰਾਂ ਦੀ ਹੈ। ਕਿਉਂਕਿ ਹਰ ਤਜ ਸ਼ਸਤਰਨ ਸਾਰੇ, ਤੂਰਨ ਤਕ ਹੈ ਜੇ ਮਾਰਨ ਹਾਰੇ। ਕਹਿੰਦੇ ਫਿਰ ਹੁਣ ਤੁਹਾਨੂੰ ਦੱਸ ਦਈਏ ਵੀ ਇਹ ਤਾਂ ਗੁਰਮੁਖਾਂ ਨੇ ਸਮਝਣਾ ਕਰ ਲਿਆ ਵੀ ਉਹ ਪਰਮੇਸ਼ਰ ਕਰਦਾ। ਕਹਿੰਦੇ ਫਿਰ ਇਹ ਸ਼ੇਰ ਬਿਰਤੀ ਕਿਵੇਂ ਆ? ਸ਼ੇਰ ਦਾ ਕੰਮ ਕੀ ਹੈ? ਕਹਿੰਦੇ ਜਿਉਂ ਕਿਹਰ ਤਜ ਸ਼ਸਤਰ ਨਸਾਰੇ। ਕਹਿੰਦੇ ਸ਼ੇਰ ਦਾ ਕੰਮ, ਕਿਹਰ ਦਾ ਮਕਸਦ ਹੁੰਦਾ ਸ਼ੇਰ। ਕਹਿੰਦੇ ਸ਼ੇਰ ਦਾ ਕੰਮ ਹੈਗਾ ਹਮੇਸ਼ਾ ਵਾਸਤੇ ਉਹ ਸ਼ਸਤਰ ਨੂੰ ਨਹੀਂ ਪਕੜਨਾ ਕਰਦਾ। ਜੇ ਆਪਾਂ ਉਹਦੇ ਰੋੜਾ ਮਾਰੀਏ ਉਹ ਰੋੜੇ ਨੂੰ ਨਹੀਂ ਚੱਕਦਾ, ਜੇ ਉਹਦੇ ਆਪਾਂ ਸੋਟੀ ਮਾਰੀਏ ਸ਼ਸਤਰ ਮਾਰੀਏ ਕਹਿੰਦੇ ਉਹਨੂੰ ਨਹੀਂ ਫੜਦਾ। ਉਹ ਕਦੇ ਵਾਸਤੇ ਸ਼ੇਰ ਹੈ ਨਾ ਜਿਹੜਾ, ਉਹ ਹਮੇਸ਼ਾ ਵਾਸਤੇ ਜਿਹੜਾ ਮਰਜੀ ਤੁਸੀਂ ਸ਼ਸਤਰ ਉਤੇ ਵਾਰ ਕਰਦੇ ਹੋ ਸ਼ਸਤਰ ਨੂੰ ਮੂੰਹ ਨਹੀਂ ਪਾਉਣਾ ਕਰਦਾ। ਕਿਉਂ? ਜਿਉਂ ਕਿਹਰ ਤਜ, ਤਜ ਦਾ ਮਕਸਦ ਹੁੰਦਾ ਉਹਨੂੰ ਪਰਾਂ ਕਰ ਦੇਣਾ। ਕਹਿੰਦੇ ਸ਼ਸਤਰ ਸਾਰੇ, ਜਿਹੜਾ ਮਰਜੀ ਸ਼ਸਤਰ ਹੈ ਉਹਨੂੰ ਪਰਾਂ ਕਰ ਦਿੰਦਾ। ਕਹਿੰਦੇ ਕੰਮ ਕੀ ਕਰਦਾ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂਰਨ ਤਕ ਹੈ ਜੇ ਮਾਰਨ ਹਾਰੇ। ਕਹਿੰਦੇ ਕਿਹਨੂੰ ਤੱਕਣਾ ਕਰਦਾ? ਕਹਿੰਦਾ ਜਿਹੜੇ ਹੱਥ ਦੇ ਨਾਲ ਜਿਹੜਾ ਬੰਦਾ ਵਾਰ ਕਰਦਾ ਨਾ ਉਹ ਵਾਰ ਕਰਨ ਵਾਲੇ ਨੂੰ ਆ ਕੇ ਫੜਨ ਕਰਦਾ ਹੈ। ਗੁਰਮੁਖ ਪਰਮੇਸ਼ਰ ਦਿਸਤੇ, ਲਖ ਹੈ ਸੋ ਦੁਖ ਸੁਖ ਆਪਰ ਨ ਕਿਸਤੇ। ਕਹਿੰਦੇ ਇਸੇ ਤਰ੍ਹਾਂ ਫਿਰ ਜਦੋਂ ਉਹ ਸ਼ੇਰ ਮਾਰਨ ਵਾਲੇ ਤੇ ਕਰਦਾ ਹਮਲਾ, ਸ਼ਸਤਰ ਨੂੰ ਕਦੇ ਫੜਨਾ ਨਹੀਂ ਕਰਦਾ। ਕਹਿੰਦੇ ਉਹਦੀ ਵਿਰਤੀ ਫਿਰ ਕੀ ਹੈ? ਕਹਿੰਦੇ ਗੁਰਮੁਖਾਂ ਵਾਲੀ ਵਿਰਤੀ ਹੈ ਉਹਦੀ। ਤੇ ਜਦੋਂ ਤਿਉਂ ਗੁਰਮੁਖ ਪਰਮੇਸ਼ਰ ਦਿਸਤੇ। ਕਹਿੰਦੇ ਇਸ ਕਰਕੇ ਜਿਹੜੇ ਗੁਰਮੁਖ ਜਾਣੇ ਨਾ ਉਹਨਾਂ ਨੂੰ ਹਮੇਸ਼ਾ ਵਾਸਤੇ ਚਾਰ ਸਪੇਰੇ ਪਰਮੇਸ਼ਰ ਹੀ ਸਭ ਕੁਝ ਦਿਸਣਾ ਕਰਦਾ ਹੈ, ਕੁਛ ਨਹੀਂ ਉਹਨਾਂ ਨੂੰ ਹੋਰ ਨਹੀਂ ਦਿਸਣਾ ਕਰਦਾ। ਸਾਰੇ ਕਾਰਜ ਕਹਿੰਦੇ ਉਹ ਮਾਲਕ ਦੇ ਸੱਟਣਾ ਕਰ ਦਿੰਦੇ ਨੇ। ਕੀ ਕਹਿੰਦੇ ਨੇ? ਉਹਨਾਂ ਨੇ ਬਾਣੀ ਪੜ੍ਹ ਲਈ ਹੈ, ਉਹਨਾਂ ਨੇ ਬਾਣੀ ਸੁਣ ਲਈ ਹੈ, ਉਹਨਾਂ ਨੇ ਇੱਕੋ ਗੱਲ ਕਹਿ ਦਿੱਤੀ ਵੀ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਕਹਿੰਦੇ ਫਿਰ ਪਰਮੇਸ਼ਰ ਤੇ ਗੱਲ रखण कर देती है। हार एको करतारा, यों तम लखो होए निस्तारा। कहंदे इस करके गुरमुख जन एको गल कहंदा भाई इहदे विच किसे दा दोष नहीं, ये मेरे कर्मां दा है। देण वाला तां ओह एक भगवान है। की कहंदे आ? कहंदे दद्दा दाता एक है, सब को देवनहार, देंदा टोट न आवी अगंत भरे भंडार। देनहार एको करतारा, यो तुम लखे होए निस्तारा। कहंदे सदा वास्ते जिहड़ियां दातां ओह देना ਉਹਦੇ ਨਾਲ ਪਾਰ ਨਿਸਤਾਰਾ ਹੁੰਦਾ ਪਿਆ ਹੈ। ਮਨ ਰੋਕਣ ਕੀ ਜੈ ਅਭਿਆਸਾ, ਵਿਸੈ ਵਾਸਨਾ ਹੋਏ ਸਭ ਨਾਸਾ। ਕਹਿੰਦੇ ਫਿਰ ਸਦਾ ਵਾਸਤੇ ਜਿਹੜਾ ਗੁਰਮੁਖ ਜਨ ਹੈ, ਰੱਬ ਦੀ ਬੰਦਗੀ ਕਰਨ ਵਾਲਾ ਸਾਧੂ ਜਨ ਹੈ, ਕਹਿੰਦੇ ਉਹ ਕੀ ਕੰਮ ਕਰਦਾ? ਮਨ ਰੋਕਣ ਕੀਜੈ ਅਭਿਆਸਾ। ਅਭਿਆਸ, ਹੁਣ ਆਪਾਂ ਅਭਿਆਸ ਦੀ ਗੱਲ ਜਦੋਂ ਦੇਖਦੇ ਆ, ਹੁਣ ਆਪਣਾ ਸਾਰਿਆਂ ਦਾ ਅਭਿਆਸ ਚੱਲਦਾ ਪਿਆ। ਹੁਣ ਆਪਣਾ ਧਿਆਨ ਸਾਰਿਆਂ ਦਾ ਸ਼ਬਦ ਦੇ ਵਿੱਚ ਆ, ਹੁਣ ਗਿਆਨ ਦੇ ਵਿੱਚ ਧਿਆਨ ਹੈ ਸਾਰਿਆਂ ਦਾ, ਤੁਹਾਡਾ ਔਰ ਸਾਡਾ।
ਇੱਕੋ ਗੱਲ ਹੈਗੀ, ਮਨ ਰੋਕਣ ਕੀਜੈ ਅਭਿਆਸਾ। ਮਨ ਨੂੰ ਰੋਕ ਲਿਆ। ਆਪਾਂ ਕਿਹਾ ਸੀ ਨਾ ਆਰੰਭਤਾ ਦੇ ਅੰਦਰ ਵੀ ਕਥਾ ਦੀ ਆਰੰਭਤਾ ਨੂੰ ਲੈ ਕੇ ਮਨ ਦੀ ਇਕਾਗਰਤਾ ਦੇ ਬਾਬਤ, ਕਿਉਂਕਿ ਮਨ ਦੀ ਇਕਾਗਰਤਾ ਰੋਕ ਲਿਆ ਚਾਰ ਸਪੇਰਿਓਂ, ਕਥਾ ਦੀ ਆਰੰਭਤਾ ਹੋਣਾ ਕਰ ਗਈ ਹੈ। ਹੁਣ ਕੀ ਹੈ ਫਿਰ? ਵਿਸ਼ੇ ਵਾਸ਼ਨਾ ਹੋਏ ਸਭ ਨਾਸਾ। ਕਹਿੰਦੇ ਫਿਰ ਜਿਹੜੇ ਵਿਕਾਰਾਂ ਦੇ ਫੁਰਨੇ ਅੰਦਰ ਵਿਸ਼ੇ ਵਾਸ਼ਨਾ, ਉਹਦਾ ਕੀ ਹੋ ਗਿਆ? ਉਹਦਾ ਨਾਸ ਹੋਣਾ ਕਰ ਗਿਆ। ਤੇ ਹੁਣ ਜਿਹੜੇ ਆਪਾਂ 1 ਘੰਟੇ ਦੇ ਵਿੱਚ ਅਨੇਕਾਂ ਫੁਰਨੇ ਵਾਸ਼ਨਾ ਲੈਣੇ ਸੀ, ਨਿੰਦਿਆ ਚੁਗਲੀ ਦੇ ਹੋਰ ਦਵੈਤ ਭਾਵਨਾ ਅੰਦਰ ਚੱਲਣੀ ਸੀ, ਉਹ ਸਾਰੇ ਦੇ ਸਾਰੇ ਨਾਸ ਹੋਣਾ ਕਰ ਗਿਆ। ਤੇ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਤੇ ਆਪਣੇ ਸਾਰਿਆਂ ਦੇ ਅੰਦਰ ਟਿਕਣਾ ਕਰ ਗਈ ਆ। ਅੱਜ ਇਸ ਦਾਤ ਦੇ ਨਾਲ ਉਹਨਾਂ ਦਾ ਨਾਸ ਹੋ ਗਿਆ ਤੇ ਕੀਰਤੀ ਦੀ ਪ੍ਰਾਪਤੀ ਹੋਣਾ ਕਰ ਗਈ ਹੈ। ਦਿਵਸ ਰਹਿ ਕਰ ਤਹਿ ਥਾਨਾ, 300 ਅਸ ਉਪਦੇਸ ਵਖਾਨਾ। ਕਹਿੰਦੇ ਇਸੇ ਤਰ੍ਹਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ। ਉਹ ਸਵਾਲ ਕਰਦੇ ਆ ਬੇਨਤੀ ਦੇ ਰੂਪ ਦੇ ਅੰਦਰ। ਇੱਕ ਤਾਂ ਉਹ ਸਵਾਲ ਹੁੰਦਾ ਜੇ ਆਮ ਬੰਦਿਆਂ ਦੀ ਚਰਚਾ ਹੁੰਦੀ ਹੈ, ਇੱਕ ਆਪਾਂ ਗੁਰੂ ਦੇ ਕੋਲ ਆ ਕੇ ਬੇਨਤੀ ਰੂਪ ਸਵਾਲ ਹੁੰਦਾ, ਜਾਂ ਸਵਾਲ ਰੂਪ ਬੇਨਤੀ ਕਹਿ ਦਈਏ। ਆਪਣੇ ਮਨ ਦੀ ਕੋਈ ਸ਼ੰਕਾ ਹੋਵੇ, ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਦਈਏ ਤੇ ਮਹਾਰਾਜ ਕਿਰਪਾ ਕਰਕੇ ਸਾਨੂੰ ਆ ਸਮੱਤ ਬਖਸ਼ਣਾ ਕਰ ਦਿਓ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਫਿਰ ਆਪਾਂ ਨੂੰ ਹੁਕਮਨਾਮੇ ਦੇ ਰਾਹੀਂ, ਫਰਮਾਨ ਦੇ ਰਾਹੀਂ ਆਪਾਂ ਨੂੰ ਉਹ ਜਿਹੜਾ ਮਨ ਦਾ ਸ਼ੰਕਾ ਉਹ ਦੂਰ ਕਰ ਦਿੰਦੇ ਆ। ਤੇ ਅੱਜ ਉਹ ਸਾਰੇ ਜਾਣੇ ਬੈਠੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਉਹਨਾਂ ਦਾ ਜਿਹੜਾ ਸ਼ੰਕਾ ਤੀ ਮੇਰੇ ਪਾਤਸ਼ਾਹ ਜੀ ਨੇ ਨਿਵਰਤ ਕਰ ਦਿੱਤਾ। ਕੇਤਕ ਦਿਵਸ ਰਹਿ ਕਰ ਤਹਿ ਥਾਨਾ। ਗੁਰੂ ਨਾਨਕ ਪਾਤਸ਼ਾਹ ਵਾਲਾ ਤੇ ਮਰਦਾਨਾ ਬਹੁਤ ਦਿਨ ਉਸ ਨਗਰ ਦੇ ਵਿੱਚ ਰਹੇ ਤੇ ਉਸ ਨਗਰ ਦੇ ਵਿੱਚ ਰਹਿ ਕੇ ਕਹਿੰਦੇ ਉਹਨਾਂ ਸਾਰਿਆਂ ਨੂੰ ਰਾਮਕ ਖੰਡ, ਉਸ ਖੰਡ ਦੇ ਅੰਦਰ ਰਹਿ ਕੇ ਉਪਦੇਸ਼ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤੈ ਸੋ ਆਪ ਅਸ ਉਪਦੇਸ਼ ਵਖਾਨਾ। ਭਾਵ ਇਹੀ ਕੰਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧੇ ਰਸਤੇ ਪਾਉਂਦੇ ਨੇ, ਨਾਮ ਦੀ ਦਾਤ ਦੇਣਾ ਕਰਦੇ ਆ। ਕਹਿੰਦੇ ਭਾਈ ਆਹ ਕੰਮ ਕਦੇ ਵਾਸਤੇ ਛੱਡਣਾ ਨਹੀਂ ਹੈ। ਹੋਏ ਕੀ ਨੋ ਪੁਨ ਗਵਨੰ, ਬਦਰ ਖੰਡ ਪਹੁੰਚੇ ਗੁਣ ਪਵਨੰ। ਕਹਿੰਦੇ ਉਸ ਵੇਲੇ ਫਿਰ ਉਸ ਤੋਂ ਬਾਅਦ ਕਹਿੰਦੇ ਚੰਗਾ ਭਾਈ ਹੁਣ ਤੁਸੀਂ ਉਪਦੇਸ਼ ਲੈ ਲਿਆ, ਤੁਹਾਡੇ ਤੇ ਉਸ ਨਿਰੰਕਾਰ ਕਰਤਾਰ ਦੀ ਕਿਰਪਾ ਹੋਣਾ ਕਰ ਗਈ ਹੈ ਤੇ ਤੁਹਾਨੂੰ ਦੱਸ ਦਿੱਤਾ ਵੀ ਕੁੱਤੇ ਦੀ ਬਿਰਤੀ ਕੀ ਹੈ ਤੇ ਸ਼ੇਰ ਦੀ ਬਿਰਤੀ ਕੀ ਹੈ, ਮਨਮੁਖ ਕੌਣ ਹੈ ਤੇ ਗੁਰਮੁਖ ਕੌਣ ਹੈ। ਸਦਾ ਵਾਸਤੇ ਆ ਕੀਰਤੀ ਕਰਨੀ ਹੈ ਤੇ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਕਰਨੀ ਹੈ, ਇਹ ਕੰਮ ਕਰਨਾ ਹੈ। ਕਹਿੰਦੇ ਫਿਰ ਹੁਣ ਕਿਰਪਾ ਕਰੋ ਤੇ ਅਸੀਂ ਅੱਗੇ ਵੀ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਹੁਣ ਅੱਗੇ ਜਾ ਕੇ ਚੱਲਣਾ। ਕਹਿੰਦੇ ਅੱਗੇ ਫਿਰ ਕਿੱਥੇ ਜਾਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ? ਕਹਿੰਦੇ ਭਦਰ ਖੰਡ ਪਹੁੰਚਣਾ ਕਰ ਜਾਂਦੇ ਆ। ਅੱਜ ਇਸ ਖੰਡ ਦੇ ਵਿੱਚੋਂ, ਰਮਕ ਖੰਡ ਦੇ ਵਿੱਚੋਂ ਉਪਦੇਸ਼ ਦੇਣਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਦਰ ਖੰਡ ਦੇ ਵਿੱਚ ਚੱਲ ਪਾਏ ਨ। ਨਿਰਪ ਸੁਣਿਓ ਸੰਤ ਪੁਰ ਆਏ, ਮਿਲਿਓ ਆਨ ਕਰ ਸੀਸ ਝੁਕਾਏ। ਕਹਿੰਦੇ ਉਸ ਵੇਲੇ ਉਹ ਭਦਰ ਖੰਡ ਰਹਿਣ ਵਾਲੇ, ਕਿਉਂਕਿ ਖੰਡਾਂ ਦੀ ਗੱਲ ਚੱਲਦੀ ਪਈ ਹੈ। ਮਰਦਾਨੇ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਆਏ ਤਾਂ ਹੈਗੇ ਆ ਨਾ, ਤੇ ਹੁਣ ਤੁਸੀਂ ਕਿਰਪਾ ਕੀਤੀ ਹੈ ਲੈ ਕੇ ਆਏ ਹੋ ਇੱਥੇ, ਤੇ ਹੁਣ ਸਾਨੂੰ ਦੱਸਦੇ ਰਹੇ ਹੋ ਵੀ ਇੱਥੇ ਆਹ 9 ਖੰਡਾਂ ਦੇ ਵਿੱਚ ਧਰਤੀ ਹੈ ਜਿਹੜੀ ਵੰਡੀ ਹੋਈ ਹੈ, ਸਾਨੂੰ ਇਹ 9 ਖੰਡਾਂ ਦੇ ਦਰਸ਼ਨ ਕਰਵਾ ਦਿਓ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਮਰਦਾਨਿਆਂ ਕਦੇ ਵਾਸਤੇ ਤੇਰੇ ਵਚਨ ਮੋੜਨਾ ਨਹੀਂ ਕਰਦੇ, ਤੂੰ ਸਾਡੇ ਵਚਨ ਨਹੀਂ ਮੋੜਦਾ ਤੇ ਅਸੀਂ ਤੇਰੇ ਵਚਨ ਨਹੀਂ ਮੋੜਨਾ ਕਰਦੇ। ਤੇ ਅੱਜ ਫਿਰ ਆਪਾਂ ਇਹ ਕੱਲਾ ਕੱਲਾ ਖੰਡ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਉਪਦੇਸ਼ ਦੇ ਰਹੇ ਨੇ, ਅੱਜ ਇਸ ਕਹਿਣ ਲੱਗੇ ਭਦਰ ਖੰਡ ਦੇ ਅੰਦਰ ਪਹੁੰਚਣਾ ਕਰ ਗਏ ਗੁਰੂ ਨਾਨਕ ਸਾਹਿਬ ਮਹਾਰਾਜ। ਤਾਂ ਉਸ ਵੇਲੇ ਵੀ ਇਸੇ ਤਰ੍ਹਾਂ ਨਗਰ ਦੇ ਵਿੱਚੋਂ ਜਿਹੜੀ ਸੰਗਤ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਈ ਹੈ। ਬੰਦ ਹਾਥ ਦਵਾ ਬੈਠ ਸਮੀਪਾ, ਬੋਲਿਓ ਕੌਲ ਨਾਭ ਅਵਨੀਪਾ। ਕਹਿੰਦੇ ਫਿਰ ਉੱਥੋਂ ਆ ਕੇ ਹੱਥ ਜੋੜ ਲਏ ਨੇ। ਤੇ ਉੱਥੋਂ ਦਾ ਨਾਲ ਕੌਣ ਨੇ? ਕਹਿੰਦੇ ਉੱਥੋਂ ਦਾ ਵੀਰ ਇਹਦਾ ਨਾਲ ਦਾ ਨਵਰੀਪਾ ਦਾ ਮਕਸਦ ਹੁੰਦਾ ਹੈ ਰਾਜਾ। ਕਹਿੰਦੇ ਉਹ ਰਾਜਾ ਵੀ ਨਾਲ ਹੈਗਾ, ਕਿਉਂਕਿ ਛੋਟੇ ਖੰਡ ਨੇ ਉਹਨਾਂ ਦਾ ਉਹਨੂੰ ਰਾਜਾ ਸ਼ਬਦ ਵਰਤਿਆ ਜਾਂਦਾ, ਉਹਨੂੰ ਆਮ ਤਾਂ ਚੌਧਰੀ ਸ਼ਬਦ ਵਰਤਦੇ ਸੀ। ਜਾਂ ਫਿਰ ਉਸ ਤੋਂ ਵੱਧ ਨਗਰਾਂ ਦਾ ਜਿਹੜਾ ਬਣ ਜਾਂਦਾ ਉਹਨੂੰ ਕਹਿੰਦੇ ਸੀ ਰਜਵਾੜਾ। ਇਸ ਕਰਕੇ ਛੋਟੇ ਦੇਸ਼ ਨੇ। ਤਾਂ ਉਹ ਆਇਆ ਨਾਲ, ਉਹਦਾ ਨਾਮ ਕੀ ਹੈ? ਕਹਿੰਦੇ ਉਹਦਾ ਨਾਮ ਹੈਗਾ ਕੌਲ ਨਾਭ। ਕਹਿੰਦੇ ਜਿੱਥੇ ਕੌਲ ਨਾਭ ਨਾਲ ਹੈ ਤੇ
ਤੇ ਨਾਲ ਉਹਦੇ ਨਗਰ ਵਾਲੇ ਨੇ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਅੱਗੇ ਹੱਥ ਜੋੜ ਕੇ ਇੱਕ ਪਾਸੇ ਨੇੜੇ ਹੋ ਕੇ ਬੈਠਣਾ ਕਰ ਗਏ ਨੇ। आश्रम चार लिखे जो आही, श्रेष्ठ कौन कहो इस माही। ਕਹਿੰਦੇ ਉਸ ਵੇਲੇ ਫਿਰ ਜਦੋਂ ਮੱਥਾ ਟੇਕ ਕੇ ਬੈਠਣਾ ਕਰ ਗਏ ਨੇ ਤੇ ਕੌਲ ਨਾਭ ਰਾਜਾ ਜਿਹੜਾ ਉਹਨਾਂ ਦੇ ਨਾਲ ਆਇਆ ਹੋਇਆ ਉਹਦਾ ਇੱਕ ਬੇਨਤੀ ਪਿਆ ਕਰਦਾ, ਕਹਿੰਦਾ ਸਤਿਗੁਰੂ ਪਾਤਸ਼ਾਹ ਤੁਸੀਂ ਕਰਤਾਰ ਦਾ ਰੂਪ ਮਹਾਨ ਸੰਤ ਜਨ ਹੋ, ਤੁਸੀਂ ਸੰਸਾਰ ਨੂੰ ਤਾਰਦੇ ਫਿਰਦੇ ਹੋ, ਸਾਡੇ ਵੀ ਨਗਰ ਦੇ ਵਿੱਚ ਚਰਨ ਮੁਬਾਰਕ ਪਾਉਣਾ ਕਰ ਦਿੱਤੇ ਨੇ। ਕਹਿੰਦੇ ਪੂਰਨ ਸੰਤ ਹੋ ਤੁਸੀਂ, ਇਸ ਕਰਕੇ ਕਹਿੰਦੇ ਫਿਰ ਸਾਨੂੰ ਵੀ ਇਸੇ ਤਰ੍ਹਾਂ ਦਾ ਉਪਦੇਸ਼ ਦੇਣਾ ਕਰ ਦੇਵੋ। ਉਹਨਾਂ ਦਾ ਉਪਦੇਸ਼ ਕੀ ਮੰਗਣਾ ਕਰਦੇ ਨੇ? ਉਹਨਾਂ ਨੇ ਇੱਕ ਦਾਤ ਮੰਗੀ ਹੈ। ਕਿਹੜੀ ਦਾਤ, ਕਿਹੜਾ ਗਿਆਨ ਮੰਗਿਆ? ਉਹ ਕਹਿੰਦੇ ਆਸ਼ਰਮ ਚਾਰ ਲਿਖੇ ਜੋ ਆਹੀ, श्रेष्ठ ਕੌਣ ਕਹੋ ਇਸ ਮਾਹੀ। ਕਹਿੰਦੇ ਫਿਰ ਇਹ ਜਿਹੜੇ ਚਾਰ ਆਸ਼ਰਮ ਲਿਖੇ ਹੋਏ ਨੇ ਤੇ ਉਹਦੇ ਵਿੱਚ ਕਿਹੜਾ ਆਸ਼ਰਮ ਜਿਹੜਾ ਸ੍ਰੇਸ਼ਟ ਹੈ, ਭਾਵ ਜਿਹੜਾ ਸਾਰਿਆਂ ਤੋਂ ਉੱਤਮ ਹੈ, ਉਹ ਕਿਹੜਾ? ਕਹਿੰਦੇ ਸਾਨੂੰ ਉਹਦੇ ਬਾਬਤ ਦੱਸਣਾ ਕਰ ਦਿਓ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੌਲ ਨਾਭ ਤੇਰੇ ਮਨ ਦਾ ਜਿਹੜਾ ਸੰਸ਼ਾ ਉਹ ਹਮੇਸ਼ਾ ਵਾਸਤੇ ਦੂਰ ਹੋਣਾ ਕਰ ਜਾਵੇਗਾ, ਇਹ ਤੈਨੂੰ ਉਪਦੇਸ਼ ਦੇਣਾ ਕਰ ਦਿੰਦੇ ਆ। ਸੋ ਆਓ ਸਰਬੱਤ ਸਾਧ ਸੰਗਤ, ਸਮਾਂ ਹੋ ਗਿਆ। ਜਿਵੇਂ ਕੌਲ ਨਾਭ ਰਾਜੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਦੇਣਾ ਹੈ, ਇਹ ਚਾਰ ਆਸ਼ਰਮਾਂ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਆਸ਼ਰਮ ਹੈ ਉਹਦੇ ਬਾਬਤ ਸਮਝਾਉਣਾ, ਇਹ ਵਿਚਾਰਾਂ ਜਿਹੜੀਆਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਇੱਥੇ ਸਮਾਪਤੀ। ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸਰਬੱਤ ਸੰਗਤ ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਨੇ, ਬਖਸ਼ ਦੇਣਾ, ਕਿਰਪਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਹਰ ਰੋਜ਼ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜੀਵਨ ਸਫਲ ਬਣਾਉਣੇ ਆ। ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਗਾਥਾ ਸਰਵਣ ਕਰਕੇ ਆਪੋ ਆਪਣਾ ਜੀਵਨ ਸਫਲ ਬਣਾ ਰਹੇ ਹਾਂ। ਸੋ ਆਓ ਸਾਰੇ ਜਾਣੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।